ਫਾਈਨਲੀ ਜੋ ਮਨ ਬਣਾਇਆ ਉਹ ਮਨ ਇਹ ਬਣਾਇਆ ਜੋ ਐਡਰੈਸ ਲੱਗਾ ਪੈਣ ਤੇ ਐਡਰੈਸ 2496 मतलब 2500 ਮਾਈਲ 4023 ਕਿਲੋਮੀਟਰ ਦਾ ਵਨ ਵੇ ਰਸਤਾ ਹੈਗਾ ਜੀ। ਬਸ ਖਿੱਚੀਏ ਫਿਰ ਲਈਏ ਜਗਾਰਾ ਬੁਲਾਈਏ ਫਿਰ ਬਾਹਲਾ ਨਾ ਸੋਚੀਏ। ਨਹੀਂ ਫਿਰ ਹੁਣ ਕਿਵੇਂ ਭਾਈ ਸਾਹਿਬ ਬੁਲਾਈਏ ਜਗਾਰਾ? ਵੈਲਕਮ ਟੂ ਸਰਕਸ। ਅੱਛਾ ਜੀ ਇਹ ਇਦਾਂ ਹੈ ਤਾਂ ਫਿਰ ਵਹੀਕਲਸ ਕਿਵੇਂ ਦਾ ਹੋਊਗਾ? ਬਹੁਤ ਵਧੀਆ ਜੀ ਇਹ ਵਾਇਓਮੀ ਸਟੇਟ ਦੇ ਹਾਈਵੇ ਇਹ ਹੈ ਜੀ। ਦੱਸ ਦਈਏ ਜੀ ਹੁਣ ਅਸੀਂ ਬਾਜਵਾ ਸਾਹਿਬ ਤੋਂ ਘਰੋਂ ਆ ਰਹੇ ਹਾਂ। ਇਹ ਬਹੁਤ ਹੀ ਵਧੀਆ ਵਿਊ ਆ ਐਲਡੋਰਾਡੋ ਇਹ ਏਰੀਆ ਐਲਡੋਰਾਡੋ ਹਿਲਸ ਠੀਕ ਹੈ ਜੀ। ਬਹੁਤ ਵਧੀਆ ਇੰਨਾ ਮਜ਼ਾ ਆਇਆ। ਤਾਂ ਵੀਰ ਜੀ ਜਿਹੜੀ ਇੱਕ ਚੀਜ਼ ਤੁਸੀਂ ਮਹਿਸੂਸ ਕੀਤੀ ਹੋਗੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਪੂਲ ਦੇ ਵਿੱਚ ਵੜ ਕੇ ਨਾ ਇੱਕ ਤਾਂ ਗਰਮੀ ਕਰਕੇ ਪੂਲ ਬਹੁਤ ਸੋਹਣਾ ਕਰਕੇ ਮਤਲਬ ਨਿਆਣਿਆਂ ਵਾਂਗੂ ਜਿੱਦਾਂ ਨਾ ਉਹ ਚਲੇ ਜਾਂਦੇ ਸਾਡੇ ਚਲੇ ਕਹਿੰਦੇ ਹੁੰਦੇ ਆ ਜੀ ਉਧਰ ਨਾ ਭਈ ਸਾਡੇ ਏਰੀਆ 'ਚ ਪਤਾ ਨਹੀਂ ਤੁਹਾਡੇ ਏਰੀਆ 'ਚ ਖਿਆਲ ਕਹਿੰਦੇ ਆ ਜਿਹੜੇ ਟੂਬਲਾਂ ਦੇ ਹੁੰਦੇ ਸੀ ਜਾਂ ਕੀ ਹੁੰਦਾ ਜੀ ਉਹ ਚਬੱਚਾ ਮਤਲਬ ਜਿੱਦਾਂ ਉੱਥੇ ਛਾਲਾਂ ਮਾਰਦੇ ਸੀ ਨਾ ਇਦਾਂ ਛਾਲਾਂ ਮਾਰੀਆਂ ਮਤਲਬ ਅੰਦਰਲਾ ਬਚਪਨ ਜਿਹਾ ਬਾਹਰ ਆਇਆ। ਹਾਂ ਆਲੂ ਵੀ ਆਉਂਦੇ ਆ। ਹਾਂ ਸਾਡੇ ਉਹ ਚੜਾ ਮੇਰਾ ਵੀ ਕੱਢਿਆ ਅੱਜ ਬਾਹਰ। ਹਾਂਜੀ ਪਰ ਤੁਸੀਂ ਇਹ ਦੇਖੋ ਮੈਂ ਜਦੋਂ ਡਾਕਟਰ ਸਾਹਿਬ ਆਪਾਂ ਡਬਲ ਸਟੈਂਡਿੰਗ ਕਰਦੇ ਸੀ ਪਾਣੀ ਦੇ ਵਿੱਚ ਮੈਨੂੰ ਲੱਗੇ ਵੀ ਯਾਰ ਡਾਕਟਰ ਸਾਹਿਬ ਮਤਲਬ ਉਹ ਪੁਰਾਣਾ ਜਿੱਦਾਂ ਭੰਗੜੇ ਦਾ ਟਾਈਮ ਯਾਦ ਆ ਗਿਆ ਸੀ। ਮੈਂ ਕਹਿੰਦਾ ਭੰਗੜੇ ਦਾ ਬਗੈਰ ਮੈਂ ਪਾਣੀ ਕੀਤਾ ਨਹੀਂ ਅੱਜ ਪਹਿਲੀ ਵਾਰੀ ਕੀਤਾ। ਅੱਛਾ ਜੀ ਕੀ ਬਾਤ ਹੈ ਜੀ ਕੀ ਬਹੁਤ ਵਧੀਆ ਜੀ ਬਹੁਤ ਵਧੀਆ ਐਂਡ ਦੀਪ ਭਾਈ ਦਾ ਜਨਮ ਦਿਨ ਹੈ ਜੀ ਅੱਜ ਔਰ ਮੈਮੋਰੇਬਲ ਜਨਮ ਦਿਨ ਹੋ ਗਿਆ। ਸੋ ਜਿੱਥੇ ਇਹਨਾਂ ਨੂੰ ਹੁਣ ਲੈ ਕੇ ਜਾ ਰਹੇ ਆ ਤਾਂ ਇਹ ਵਾਹਿਗੁਰੂ ਦੀ ਮਿਹਰ ਦੇ ਨਾਲ ਹਿਸਟਰੀ ਬਣ ਜਾਵੇਗੀ ਭਈ ਬਹੁਤ ਲੋਕਾਂ ਦਾ ਸੁਪਨਾ ਆ ਵੀ ਈਸਟ ਤੋਂ ਵੈਸਟ ਪੈਸੀਫਿਕ ਓਸ਼ੀਅਨ ਤੋਂ ਲੈ ਕੇ ਅਟਲਾਂਟਿਕ ਓਸ਼ੀਅਨ ਤੱਕ ਜਾ ਕੇ ਕਰਨਾ। ਪੈਸੀਫਿਕ ਓਸ਼ੀਅਨ ਆਪਾਂ ਜਾਏ ਆ ਤੇ ਆਪਾਂ ਸੈਨ ਫਰਾਂਸਿਸਕੋ ਜਿਹੜਾ ਆਪਾਂ ਪੈਸੀਫਿਕ ਓਸ਼ੀਅਨ ਆ ਉਹ ਬ੍ਰਿਜ ਲੰਘ ਕੇ ਪਰਲੇ ਪਾਸੇ ਹਾਂਜੀ। ਤਾਂ ਹੁਣ ਆਪਾਂ ਜਾਵਾਂਗੇ ਅਟਲਾਂਟਿਕ ਓਸ਼ੀਅਨ ਨਿਊਯਾਰਕ ਐਂਡ ਹੋ ਸਕਦਾ ਉਸ ਤੋਂ ਵੀ ਅੱਗੇ ਕੈਨੇਡਾ ਵਾਲੇ ਪਾਸੇ ਜਾਈਏ। ਹਾਂਜੀ ਪਰ ਆਹ ਹੈ ਨਹੀਂ ਤਾਂ ਅਸੀਂ ਤਾਂ ਚੱਲ ਜਾਣਾ ਸੀਗਾ ਜੀ। ਅਗੇਨ ਗੱਡੀ ਰਾਤ ਇੱਥੇ ਆਪਾਂ ਚਾਰਜ ਕਰ ਲਈ ਹੈ 99% ਗੱਡੀ ਚਾਰਜ ਹੋ ਗਈ ਹੈ। 327 ਮੀਲ ਆਪਾਂ ਨੂੰ ਮਿਲ ਗਏ ਨੇ ਵਿਚ ਇਜ਼ ਮੋਰ ਦੈਨ ਇਨਫ। ਹੁਣ ਆਪਾਂ ਜਾਵਾਂਗੇ ਜੀ ਆਪਾਂ ਜੂਬਾ ਸਿਟੀ ਗੁਰਦੁਆਰਾ ਸਾਹਿਬ ਉੱਥੇ ਕਰਕੇ ਤਾਂ ਫਿਰ ਆਪਾਂ ਨਿਕਲਾਂਗੇ ਜੀ ਅਗਲਾ ਰੂਟ ਦੱਸਾਂਗੇ। ਉਹ ਸੁਣਾ ਇਹ ਬਾਜਵਾ ਸਾਹਿਬ ਕਿੰਨੇ ਕਹੇ ਜਿਹੜੇ ਪੰਜਾਬੀਆਂ ਦੇ ਘਰ ਹੋਣਗੇ ਜੀ ਇਸ ਸਾਰੀ ਸਬ ਡਿਵੀਜ਼ਨ 'ਚ ਰਫਲੀ ਆਈਡੀਆ ਜੀ? 3-4 ਘਰਾਂ ਦੇ ਵਿੱਚੋਂ 30-40 ਹੋਣਗੇ ਹਨਾ। ਵੈਰੀ ਗੁੱਡ। 3-4 ਹਜ਼ਾਰ ਕਸਟਮ ਕਮਿਊਨਿਟੀ ਇਹ ਤਾਂ ਕਸਟਮ ਕਮਿਊਨਿਟੀ ਦੇ ਘਰ ਨੇ ਘਰ ਜਿਹੜੇ ਕਸਟਮ ਘਰ। ਅੱਛਾ 30-40 ਹਜ਼ਾਰ ਘਰ ਨੇ ਇੱਥੇ। ਵਾਓ ਨਹੀਂ ਟੋਟਲ ਨਹੀਂ ਵਿੱਚ ਟਰੈਕ ਹੋਮਸ ਵੀ ਆ ਜਾਂਦੇ ਨੇ ਡਿਊਪਲੈਕਸ ਵੀ ਆ ਜਾਂਦੇ ਨੇ ਮਤਲਬ ਉਹ ਸਾਰਿਆਂ ਨੂੰ ਉੱਥੋਂ ਦੀ ਲੰਘਣਾ ਪਊਗਾ ਜੀ ਜਿਹੜਾ ਉਹ ਗੇਟ ਬਣਿਆ ਸੀ ਵਿੱਚ ਮਲਟੀਪਲ ਗੇਟਸ। ਇਹ ਜਿਹੜੀ ਸਾਰੀ ਭਾਰੀ ਹੈ ਸਾਰੀ ਇਹਨੂੰ ਸਰਾਨੋ ਕਹਿੰਦੇ ਨੇ ਕਿ ਸਰਾਨੋ ਹੈ ਨਾ ਜੀ। ਹਾਂਜੀ ਸਰਾਨੋ ਐਲਡੋਰਾਡੋ ਹਿਲਸ ਡਿਵੈਲਪਮੈਂਟ ਜਿਹੜੀ ਹੈਗੀ ਹੈ। ਓਕੇ ਹਾਂਜੀ ਤੋਂ ਲੈਫਟ। ਬਹੁਤ ਬਿਊਟੀਫੁਲ ਹੈ ਜੀ ਬਹੁਤ ਬਿਊਟੀਫੁਲ। ਟੈਂਪਰੇਚਰ 36 ਡਿਗਰੀਜ਼ ਆ ਜੀ ਇਸ ਵੇਲੇ 36 ਡਿਗਰੀ। ਆਹ ਦੇਖੋ ਜੀ ਆਹ ਗੇਟ ਆ ਜੀ ਕਮਿਊਨਿਟੀ ਇੱਥੋਂ ਮਤਲਬ ਸਾਰੇ ਜਿਹੜੇ ਇੱਥੇ ਰਹਿੰਦੇ ਆ ਜਾਂ ਪਾਸ ਜਾਂ ਉਹੀ ਜਾ ਸਕਦੇ ਆ। ਓਕੇ ਐਂਡ ਟਾਈਮ 3:30 ਹੋ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਅਸੀਂ ਉਹ ਬੰਦੇ ਆ ਜਿਹੜੇ 5-6 ਵਜੇ ਘਰੋਂ ਨਿਕਲਣਾ ਚਾਹੁੰਦੇ ਹੁੰਦੇ ਆ। ਅੱਜ ਅਸੀਂ 3:30 ਵਜੇ ਨਿਕਲੇ। ਇਹ ਸਾਰਾ ਦੇ ਕਸੂਰਵਾਰ ਆਪਣੇ ਬਾਜਵਾ ਸਾਹਿਬ ਨੇ ਇਹਨੇ ਸਾਨੂੰ ਇੰਨੇ ਪਿਆਰ ਨਾਲ ਰੱਖਿਆ ਤਾਂ ਸਾਡਾ ਵੀ ਜੀ ਨਹੀਂ ਸੀ ਕਰਦਾ ਵੀ ਆਈਏ ਇੱਥੋਂ। ਲਓ ਜੀ ਰਣਜੀਤ ਭਾਜੀ ਸਾਨੂੰ ਲੈ ਕੇ ਆਏ ਨੇ ਬਹੁਤ ਹੀ ਵਧੀਆ ਏਰੀਆ। ਇਟਸ ਕਾਲਡ ਲੇਕ ਫਾਲਸਮ ਜਾਂ ਫਾਲਸਮ ਲੇਕ ਫਾਲਸਮ। ਬਹੁਤ ਸੋਹਣੀ ਜਿਹੜੀ ਭਾਜੀ ਹੁਣਾਂ ਦੇ ਘਰਾਂ ਚੋਂ ਵੀ ਦਿਸਦੀ ਸੀਗੀ ਬਟ ਇਟਸ ਬਿਊਟੀਫੁਲ। ਤੁਸੀਂ ਦੇਖਿਓ ਉੱਥੇ ਜਾ ਕੇ ਵਧੀਆ
ਬਿਊਟੀਫੁਲ ਜੀ, ਬਹੁਤ ਵਧੀਆ ਜੀ, ਬਹੁਤ ਨਾਈਸ। ਡੈਮ ਬਣਾਇਆ ਜੀ ਆ, ਹੈ ਨਾ? ਹਾਂਜੀ, ਇਹ ਡੈਮ ਬਣਿਆ ਹੋਇਆ ਵਾ, ਓਹ। ਬੜਾ ਪੁਰਾਣਾ। ਅੱਛਾ ਜੀ, ਪਿੱਛੇ ਜੇ ਮੀਂਹ ਜ਼ਿਆਦਾ ਪੈ ਗਏ, ਅੱਛਾ ਜੀ, then they built a new dam with the dam ਅੱਛਾ। spill over। ਓਕੇ, ਵੀ ਜੇ ਪਾਣੀ ਵੱਧ ਜਾਏ ਹਾਂਜੀ, ਇਸ ਤੋਂ ਪਹਿਲਾਂ ਕਿ ਵੱਡੇ ਡੈਮ ਨੂੰ ਖਤਰਾ ਪਵੇ, ਅੱਛਾ ਜੀ, ਇਧਰੋਂ ਪਾਣੀ ਖੋਲ ਦਿੰਦੇ। ਓਕੇ, ਠੀਕ ਹੈ ਜੀ। ਲਓ ਜੀ, ਪਹੁੰਚ ਗਏ ਨੇ ਯੂਬਾ ਸਿਟੀ। ਯੂਬਾ ਸਿਟੀ ਦੇ ਵਿੱਚ ਜਿਹੜਾ ਮੇਨ ਗੁਰੂ ਘਰ ਹੈਗਾ ਜੀ, ਉਹ ਉੱਥੇ ਜਾ ਕੇ ਦਰਸ਼ਨ ਕਰਾਂਗੇ। ਤਾਂ ਜੋਗਰਾਜ, ਕਿਵੇਂ ਲੱਗ ਰਿਹਾ ਯੂਬਾ ਸਿਟੀ ਬਾਰੇ? ਬਹੁਤ ਸੁਣਿਆ ਸੀ, ਅੱਜ ਪਹਿਲੀ ਵਾਰ। ਬਹੁਤ ਜ਼ਿਆਦਾ ਦੋ ਥਾਵਾਂ ਨੇ ਪੰਜਾਬ ਤੋਂ ਬਾਹਰ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ, ਲੱਖਾਂ ਵੀ ਕਈ ਲੱਖਾਂ ਦੀ ਗਿਣਤੀ ਵਿੱਚ ਸਿੱਖ ਪੰਜਾਬੀ ਸ਼ਰਧਾਲੂ ਜਿਹੜੇ ਨੇ ਨਗਰ ਕੀਰਤਨਾਂ ਵਾਸਤੇ ਇਕੱਠੇ ਹੁੰਦੇ ਨੇ। ਉਹਨਾਂ 'ਚ ਯੂਬਾ ਸਿਟੀ ਇੱਕ ਆ, ਪਹਿਲਾ ਸਰੀ ਆ, ਨਾਲ ਹੀ ਸਰੀ ਅਸੀਂ ਖੁਦ ਰਹਿੰਦੇ ਆ। ਦੂਸਰੀ ਜਗ੍ਹਾ ਜਿਹੜੀ ਉਹ ਵੇਖਣ ਦੀ ਬਾਕੀ ਸੀਗੀ ਯੂਬਾ ਸਿਟੀ। ਮੈਂ ਅਜੇ ਪਰਸਨਲ ਤੌਰ ਤੇ ਕਦੀ ਯੂਬਾ ਸਿਟੀ ਦਾ ਨਗਰ ਕੀਰਤਨ ਵੀ ਨਹੀਂ ਦੇਖਿਆ, ਪਰ ਇਸ ਵਾਰੀ ਪ੍ਰਾਈਮ ਮਿਨਿਸਟਰ ਟੀਵੀ ਦੀ ਟੀਮ ਵੀ ਸਾਰੀ ਇੱਥੇ ਪਹੁੰਚੂਗੀ, ਫੁੱਲ ਲਾਈਵ ਔਨ ਕਵਰੇਜ ਵੀ ਹੋਊਗੀ ਤੇ ਅਸੀਂ ਸਾਰੀ ਦੁਨੀਆ 'ਚ ਬੈਠਿਆਂ ਨੂੰ ਯੂਬਾ ਸਿਟੀ ਦਾ ਜੋ ਨਗਰ ਕੀਰਤਨ ਆ, ਜਿਵੇਂ ਫ੍ਰਿਜ਼ਨੋ ਦੇ ਵਿੱਚ ਵੀ ਦੱਸਦੇ ਸੀ, ਬੇਕਰਸਫੀਲਡ ਵਾਲੇ ਵੀ ਦੱਸਦੇ ਸੀ ਕਿ ਅਸੀਂ ਇਹ ਮਿਸ ਨਹੀਂ ਕਰਦੇ। ਮਤਲਬ ਇੰਨੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ, ਸਾਰੇ ਯੂਐਸਏ ਦੇ ਵਿੱਚੋਂ ਹੀ ਆਉਂਦੀਆਂ, ਸਾਰੇ ਯੂਐਸਏ ਕੀ ਆਪਣੇ ਕੈਨੇਡਾ ਵਾਲੇ ਪਾਸੋਂ ਵੀ ਸੰਗਤਾਂ ਬਹੁਤ ਆਉਂਦੀਆਂ ਜ਼ਿਆਦਾ, ਨੇ। ਹਾਂਜੀ। ਪ੍ਰਾਈਮ ਮਿਨਿਸਟਰ ਟੀਵੀ ਦੀ ਟੀਮ ਪਹਿਲਾਂ ਵੀ ਆਉਂਦੀ ਰਹੀ ਸੀ, ਇਸ ਵਾਰੀ ਫੇਰ ਆਏਗੀ। ਪਰ ਕਮਾਲ ਦਾ ਨਗਰ ਕੀਰਤਨ ਹੁੰਦਾ ਤੇ ਅਸੀਂ ਇਸ ਵਕਤ ਸ਼ਹਿਰ 'ਚ ਪਹੁੰਚ ਗਏ ਹਾਂ। ਤਕਰੀਬਨ 5 ਮਿੰਟ ਦੀ ਦੂਰੀ ਤੇ ਆਪਾਂ ਨੂੰ ਗੁਰਦੁਆਰਾ ਸਾਹਿਬ ਆ ਤੇ ਚੱਲ ਕੇ ਉੱਥੇ ਅੱਜ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਉਦਾਂ ਦਰਸ਼ਨ ਮੇਲੇ ਕਰਾਵਾਂਗੇ। ਫਿਰ ਮੇਰੇ ਖਿਆਲ ਨਵੰਬਰ ਦੇ ਪਹਿਲੇ ਹਫਤੇ ਦਾ ਆ ਨਗਰ ਕੀਰਤਨ ਨਾ, ਅਕਤੂਬਰ ਦੇ ਆਖਰੀ ਹਫਤੇ ਜਿਹੜਾ ਉਹ ਫ੍ਰੈਜ਼ਨੋ ਹੁੰਦਾ ਆ ਤੇ ਨਵੰਬਰ ਦੇ ਪਹਿਲੇ ਵੀਕ ਜਿਹੜਾ ਉਹ ਯੂਬਾ ਸਿਟੀ ਹੁੰਦਾ। ਸੋ ਬਹੁਤ ਸੋਹਣਾ ਸ਼ਹਿਰ ਆ ਯੂਬਾ ਸਿਟੀ। ਬਾਕੀ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਮੇਲੇ ਨਾਲੇ ਕਰਦੇ ਵੀ ਆ ਤੇ ਨਾਲੇ ਤੁਹਾਨੂੰ ਨਾਲ ਦੀ ਨਾਲ ਕਰਾਉਂਦੇ ਵੀ ਆ। ਹਾਂਜੀ, ਮੇਰੇ ਖਿਆਲ ਆਉਣ ਵਾਲਾ ਹੀ ਹੈ ਜੀ। ਇੱਥੋਂ ਸਿਰਫ 2 ਮੀਲ ਦੀ ਦੂਰੀ ਤੇ ਆ। ਪਰ ਜੋਗਰਾਜ, ਤੁਸੀਂ ਇਹ ਦੇਖੋ ਸ਼ਹਿਰ ਕਿੰਨਾ ਖੁੱਲ੍ਹਾ ਆ, ਰਾਈਟ? ਸੋ ਇਹ ਕੋਈ ਸਪੋਰਟਸ ਕੰਪਲੈਕਸ ਵਗੈਰਾ ਲੱਗਦਾ ਜਾਂ ਕੀ ਹੋਵੇਗਾ, ਪਰ ਬਹੁਤ ਖੁੱਲ੍ਹਾ ਸ਼ਹਿਰ ਆ। ਸੋ ਇਹ ਯੂਬਾ ਸਿਟੀ, ਕਿਉਂਕਿ ਮੈਨੂੰ ਲੱਗਦਾ ਮੈਂ ਇਹਨੂੰ ਇਸ ਤਰ੍ਹਾਂ ਕੰਸੀਡਰ ਕਰਦਾ ਹੁੰਦਾ ਵੀ ਯੂਬਾ ਸਿਟੀ ਸ਼ਾਇਦ ਕੈਨੇਡਾ ਦਾ ਸਰੀ ਆ, ਕਿ ਜਿੱਥੇ ਸਭ ਤੋਂ ਵੱਧ ਪਾਪੂਲੇਸ਼ਨ ਜਾਂ ਪੁਰਾਣੇ ਟਾਈਮਾਂ ਤੋਂ ਹੀ ਲੋਕ ਸਭ ਤੋਂ ਜ਼ਿਆਦਾ, ਹੁਣ ਹੋ ਸਕਦਾ ਹੁਣ ਫ੍ਰਿਜ਼ਨੋ ਵਿੱਚ ਇਸ ਤੋਂ ਜ਼ਿਆਦਾ ਵੀ ਹੋ ਗਿਆ ਹੁਣ, ਬਟ ਫਿਰ ਵੀ ਯੂਬਾ ਸਿਟੀ ਦਾ ਨਾਂ ਹਮੇਸ਼ਾ ਹੀ ਪਹਿਲਿਆਂ 'ਚ ਆਉਂਦਾ ਆ ਜਿਸ ਵੇਲੇ ਆਪਾਂ ਪੰਜਾਬੀਆਂ ਦੀ ਯੂਐਸਏ ਦੇ ਵਿੱਚ ਗੱਲ ਕਰਦੇ ਹਾਂ। ਬਿਲਕੁਲ ਸਹੀ ਹੈ। ਠੀਕ ਹੈ ਜੀ, ਪਰ ਬਹੁਤ ਖੁੱਲ੍ਹਾ ਹੈ ਜੀ। ਬਾਕੀ ਤੁਹਾਨੂੰ ਨੇੜੇ ਜਾ ਕੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਵਾਉਣੇ। ਤੁਸੀਂ ਆ ਦੇਖੋ ਜੀ, ਕਾਫੀ ਸੋਹਣਾ ਔਰ ਕਿੰਨਾ ਵੱਡਾ ਘਰ ਆ। ਸੋ ਇਹ ਇੱਧਰ ਆ ਕੇ ਹੀ ਇਹੋ ਜਿਹਾ ਯੂਬਾ ਸਿਟੀ ਵਾਲਾ ਟਿੱਪਣੀ ਕਰਕੇ ਦੱਸੇ ਜ਼ਰੂਰ ਵੀ ਆਪਣੇ ਬੰਦਿਆਂ ਦਾ ਘਰ ਆ ਜੀ। ਆਪਣਿਆਂ ਦਾ ਬੰਦੇ ਹੋਣਾ, ਸਾਰੇ ਆਪਣੇ ਹੀ ਆ, ਐਡੇ- ਮਤਲਬ ਪੰਜਾਬੀਆਂ ਦਾ ਘਰ ਹੈ। ਮੇਰੇ ਨਾਲ ਸ਼ਰਤ ਭਾਵੇਂ ਲਾ ਲਓ, ਇਹ ਪੰਜਾਬੀਆਂ ਦਾ ਹੀ ਹੋਵੇਗਾ, ਕਿਉਂਕਿ ਇਹਦਾ ਆਕਾਰ ਦੇਖੋ, ਹਨਾ? ਪਰ ਤੁਸੀਂ ਆਕਾਰ ਤੋਂ ਕਿਦਾਂ ਹਿਸਾਬ ਲਾ ਸਕਦੇ ਪਰ ਜਿਹੜੇ 1-2 ਬੂਟੇ ਲੱਗੇ ਉਹ ਹੋ ਸਕਦੇ। ਮੈਨੂੰ ਹੋਰ ਲੱਗਦਾ ਅੱਜ ਵੀ ਨਾਲ ਖੁੱਲੀ ਜ਼ਮੀਨ ਹੈ ਨਾ, ਹਾਂਜੀ ਹਾਂਜੀ, ਇਹ ਗਿੱਲ ਸਾਹਿਬ ਬਣਾਦੀ, ਕਿਉਂਕਿ ਉਹ ਸਾਹਮਣੇ ਬੋਰਡ ਲਾਇਆ ਵੇਖੋ ਉਹਨਾਂ ਨੇ, ਕਿਹੜੀ? ਸੇਲ ਤੇ ਲਈ ਫॉर ਗਿਆ। ਸੇਲ ਬਸ ਗਿਲ। ਇਹ ਗਿੱਲ ਸਾਹਿਬ ਬਣਾ ਸੇਲ ਤੇ ਲਾਈ ਆ, ਠੀਕ ਹੈ ਮਤਲਬ ਜੀ। ਆਪਣਿਆਂ ਦੀ ਹੈ ਜ਼ਮੀਨ ਇਹ ਵੀ। ਜੇ ਜ਼ਮੀਨ ਆਪਣੇ ਦੀ ਹੈ ਤੇ ਘਰ ਵੀ ਆਪਣੇ ਦਾ ਹੋਊ। ਯੋਗਰਾਜ ਜੀ, ਇਹ ਗੋਰੇ ਗਿੱਲ ਵੀ ਹੈਗੇ ਆ, ਗੋਰੇ ਗਿੱਲ ਜਿਹੜਾ ਹੈਗੇ। ਬਸ ਗਿੱਲ ਹੋ ਸਕਦਾ ਜੀ। ਭਾਜੀ ਇਹ ਹੋ ਸਕਦਾ ਨਾ ਬਲਜਿੰਦਰ ਤੋਂ ਬਸ ਹੋਇਆ ਹੋਏ ਹੈ। ਚਲੋ ਅਸੀਂ ਕੁਝ ਨਹੀਂ ਕਹਾਂਗੇ ਇਸ ਗੱਲ ਦੇ ਵਿੱਚ ਨਹੀਂ ਪੈ ਸਕਦੇ। ਇਹ ਕੰਟਰੀ ਇਹੋ ਜਿਹਾ ਆ ਵੀ ਆਪਾਂ ਬੜੀ ਟਿੱਪਣੀ ਨਹੀਂ ਕਰ ਸਕਦੇ। ਬਸ ਗਿੱਲ ਤਾਂ ਮਸ਼ਹੂਰੀ ਹੋ ਗਈ ਉਹਨਾਂ ਦੀ, ਭਾਜੀ ਉਹਨਾਂ ਦੀ ਬਿਨਾਂ ਤੋਂ। ਆ ਲਓ ਜੀ, ਉਹ ਦੇਖੋ ਜੀ, ਜਿਹੜੇ ਐਕਚੁਅਲੀ ਬਹੁਤ ਹੀ ਖੁੱਲਾ ਜਿੱਦਾਂ ਫਿਰ ਮੈਂ ਦੱਸਾਂ ਜੀ ਇਹ ਐਂਡ ਪਲੱਸ ਮਿਸਟਰ ਪੌਲ, ਇਹ ਵੀ ਲੱਗਦਾ ਸ਼ਾਇਦ ਇਹ ਵੀ ਗੈਸ ਸਟੇਸ਼ਨ ਆਪਣਿਆਂ ਦਾ ਹੋਊਗਾ। ਜੇ ਸ਼ਰਤ ਲਾਉਣੀ ਹੈ ਤਾਂ ਅੰਦਰ ਜਾ ਕੇ ਸਿੱਧੇ ਨਹੀਂ ਜਾਓ, ਸਿੱਧੇ ਜਾਓ, ਆਪਣੇ
ਆਪਣਿਆਂ ਦਾ 100% ਸ਼ਰਤਾਂ ਸ਼ੁਰਤਾਂ ਦੱਸਿਆ ਆਪਾਂ ਤਾਂ- ਵਿਹਲੇ ਹੀ ਆ। ਦੱਸਿਆ ਤਾਂ ਸੀਗਾ ਵੀ ਆਪਣੇ ਗੈਸ ਸਟੇਸ਼ਨਾਂ 'ਚ ਆਪਣੇ ਕੰਸਟਰਕਸ਼ਨ ਦੇ ਵਿੱਚ ਘੱਟ ਨੇ ਇੱਥੇ, ਪਰ ਟਰੱਕਿੰਗ ਐਂਡ ਫਾਰਮਿੰਗ ਦੇ ਵਿੱਚ ਤਾਂ pretty much ਆਪਣਾ ਹੀ ਆ ਸਾਰੇ। ਸੋ ਠੀਕ, ਗੁਰਦੁਆਰਾ ਇੱਕ ਸਾਹਿਬ ਮਿੰਟ ਤੋਂ ਪਹਿਲਾਂ- ਬਹੁਤ ਨੇੜੇ ਆਉਣ ਵਾਲਾ ਆ, ਉਹਨਾਂ ਚਿਰ ਤੁਸੀਂ ਜਿਹੜਾ ਆਸੇ ਅੱਛਾ, ਪਾਸੇ ਇਹ ਟਰੱਕ ਰੂਟ ਹੀ ਆਪਾਂ ਜਿੱਥੇ ਜਾ ਰਹੇ ਹਾਂ ਨਾ। ਆ ਦੇਖੋ ਆ ਗਿਆ ਜੀ, ਸਾਈਨ ਆ ਗਿਆ। ਉਹ ਦੇਖੋ ਜੀ ਗੁਰਦੁਆਰਾ ਸਾਹਿਬ ਸਿੱਖ ਟੈਂਪਲ। ਇੱਥੇ ਖੜ Okay. ਕੇ ਆਹ ਦੇਖਿਓ ਚੰਗੀ ਤਰੀਕੇ ਨਾਲ। ਸੋ ਇਹ ਆ ਗੁਰਦੁਆਰਾ ਸਾਹਿਬ ਸਿੱਖ ਟੈਂਪਲ। ਰਸਤਾ ਜਾਂਦਾ ਆ ਗਿਆ ਜੀ, ਹਾਂ। ਨਾ ਬਣਾਓ ਬਾਗਾਂ ਜੀ। ਦੇ ਲਾਗੋਂ ਦੀ ਸੜਕ ਮੁੜਦੀ ਆ ਤੇ ਉੱਤੇ ਰੋਡ ਦੇ ਜਿਹੜਾ ਬਿਲਕੁਲ ਸਹੀ ਹੈ ਜੀ। ਨਿਸ਼ਾਨ ਲਾਇਆ, ਕਮਾਲ ਦੀ ਗੱਲ ਆ। ਬਿਲਕੁਲ ਸਹੀ ਹੈ ਜੀ। ਜਿਹੜੀਆਂ ਗੱਡੀਆਂ ਨੇ ਘਰ ਵੱਲ ਨੂੰ ਤੋਰ ਦਿੱਤੀਆਂ ਜਾਣਗੀਆਂ। ਇਹ ਮੇਰੇ ਖਿਆਲ ਆੜੂ ਆ ਜਾਂ ਕੀ ਆ ਜੀ? ਇਹ ਦੱਸਿਓ ਜੀ ਕੀ ਹੋ ਸਕਦਾ ਜੀ ਇਹ ਕੁਝ ਡਿਫਰੈਂਟ ਹੀ ਆ। ਅੰਬੀ ਲੱਗਦੀ ਭਾਜੀ, ਅੰਬੀ ਦਾ ਚੀਜ਼ ਲੱਗੀ ਸੀ। ਚਲੋ ਫਰੂਟ ਹੈ ਜੀ ਕੋਈ। ਹਾਂ, fruit। ਪਰ ਕਿੰਨਾ ਵਧੀਆ ਹੈ ਨਾ, ਲਾਈਕ ਪੰਜਾਬ ਵਰਗੀ ਫੀਲਿੰਗ ਆ, ਪਰ ਸੜਕ ਪੰਜਾਬ ਤੋਂ ਵਧੀਆ ਲੱਗਦੀ ਹੈ ਨਾ, ਜਿਹਦਾ ਸਮੂਥ ਜਿਹੜੀ ਹੈ ਨਾ ਵੀ। ਪੰਜਾਬ ਦੀਆਂ ਸੜਕਾਂ ਵੀ ਹੁਣ ਬਹੁਤ ਸਮੂਥ ਹੋ ਗਈਆਂ ਨੇ। ਹਾਂ, ਪਰ ਉਹ ਲਿੰਕ ਰੋਡਾਂ ਅਜੇ ਵੀ ਜਿਹੜੀਆਂ ਸਾਡੇ ਪਿੰਡਾਂ ਪੁੰਡਾਂ ਨੂੰ ਜਾਂਦੀਆਂ, ਹਾਈਵੇ ਤਾਂ ਬਹੁਤੇ ਵਧੀਆ ਨੇ, ਪਰ ਉਹ ਅਜੇ ਵੀ ਖਰਾਬ ਨੇ। ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਯੂਬਾ ਸਿਟੀ। ਰਸਤਾ ਕਿਹੜਾ ਹੈਗਾ ਜੀ? ਮੇਰੇ ਖਿਆਲ ਉਧਰ ਦੀ ਜਾਊਗਾ ਜੀ। ਇਹ ਆ ਜੀ ਉਹ ਯੂਬਾ ਸਿਟੀ ਦਾ ਇਤਿਹਾਸਕ ਪਾਰਕ ਇਧਰ ਗੁਰਦੁਆਰਾ ਸਾਹਿਬ। ਬਹੁਤ ਸੋਹਣਾ, ਬਹੁਤ ਵਧੀਆ ਜੀ। ਅੱਜ ਵੀਕਡੇ ਆ ਤੇ ਵੇਲਾ ਵੀ ਅਜੇ ਸ਼ਾਮ ਦਾ ਨਹੀਂ ਹੋਇਆ, 5:30 ਹੋਏ ਆ। ਧੁੱਪ ਪੂਰੀ ਹੈ, 40 ਡਿਗਰੀ ਟੈਂਪਰੇਚਰ ਆ ਲਓ ਬਾਹਰ। ਜੀ, ਸੋ ਸੰਗਤ 40 ਬਹੁਤੀ ਡਿਗਰੀ। ਹੋਣ ਦੀ ਉਮੀਦ ਨਹੀਂ ਹੈਗੀ। ਉਹਦੇ 2-3 ਕਾਰਨ ਨੇ ਇਹੋ ਜਿਹੜੇ। ਹਾਂਜੀ ਹਾਂਜੀ, ਨਾਲੇ ਵੀਕ ਨੇ। ਗੱਡੀ ਕਿਤੇ ਸ਼ਾਮੇ ਲਾ ਦੇ ਵੀਰ ਜੀ, ਤੁਰ ਕੇ ਆ ਜਾਵਾਂਗੇ, ਗੱਡੀ ਸ਼ਾਮੇ ਲਾ ਆ ਲਓ ਜੀ। ਹੋਰ construction ਹੋ ਰਹੀ ਹੈ ਜੀ। 1969 ਦੀ 69 ਦੇ ਵਿੱਚ ਬਣਿਆ ਸੀ। ਹਾਂਜੀ 1969 ਸੋ 33 ਪਰ ਬਹੁਤ ਜਦੀਪ ਭਾਜੀ, ਤੁਸੀਂ ਉਸ ਇਤਿਹਾਸਕ ਗੁਰਦੁਆਰੇ ਸਾਹਿਬ ਦੇ ਵਿੱਚੋਂ ਆਪਾਂ ਮੇਰੇ ਖਿਆਲ ਆਏ ਨਾ ਪਹਿਲਾਂ ਇੱਕ ਵਾਰ ਨਗਰ ਪਹਿਲੇ ਕੀਰਤਨ। ਜਦੋਂ ਲਾਸਟ ਨਗਰ ਕੀਰਤਨ ਹੋਇਆ ਉਦੋਂ ਉਹ ਵੀ ਕਿੰਨਾ ਆਏ ਸੀ ਰਸ਼ ਹੈਗਾ ਨਾ, ਸਾਰੇ ਸੜਕਾਂ ਬੰਦ ਸੀਗੀਆਂ ਦੇਖ ਰਿਹਾ, ਜੀ। ਇਹ ਪਛਾਣਿਆ ਹੀ ਨਹੀਂ ਜਾ ਰਿਹਾ। ਪਛਾਣਿਆ ਨਹੀਂ ਮੈਨੂੰ ਜਾ ਯਾਦ ਹੈ ਇੱਥੇ ਆਪਾਂ ਗੱਡੀ ਕਿਤੇ ਲਾਈ ਸੀਗੀ ਬਹੁਤ ਦੂਰ ਤੇ ਰਸ਼ ਸੀ ਬਹੁਤ। ਸਾਰਾ, ਅਸੀਂ ਪੈਦਲ ਚੱਲ ਕੇ ਇਧਰੋਂ ਆਏ। ਜੋਗਰਾਜ ਇਮੇਜਿਨ ਵੀ ਨਹੀਂ ਕਰ ਸਕਦੇ ਵੀ ਕਿੰਨਾ ਰਸ਼ ਹੁੰਦਾ ਹੈ, ਕਿੰਨਾ ਰਸ਼। ਇੱਕ ਜਿਹੜੇ ਕਹਿੰਦੇ ਹੁੰਦੇ ਨਾ ਤੇਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ। ਪਾਰਕਿੰਗ ਹੈ ਪਿੱਛੇ ਤੱਕ, ਪਾਰਕਿੰਗ ਸੀਗੀ। ਹਾਂਜੀ, ਮੈਨੂੰ ਜੇ ਹਜੇ ਵੀ ਯਾਦ ਹੈ ਭਾਜੀ, ਜੋ ਗੰਨੇ ਦਾ ਰੋਹ ਮੈਂ ਇੱਥੇ ਪੀਤਾ ਸੀ, ਜਿਹੜਾ ਸਰੋਂ ਦਾ ਸਾਗ ਖਾਇਆ। ਹਾਏ 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 ਹਾਏ। ਮੈਂ ਜ਼ਿੰਦਗੀ 'ਚ ਨਹੀਂ ਕਦੀ ਖਾਇਆ। ਹੂੰ। ਇੰਨਾ ਉਹ ਟੇਸਟੀ ਸੀ, ਸਾਗ ਦਾ ਲੰਗਰ ਸੀਗਾ। ਹਾਂਜੀ। ਨਾਲ ਮੱਕੀ ਦੀ ਰੋਟੀ ਤੇ ਰੋਹ ਦਾ ਇਹਨਾਂ ਦੇ ਜਿਵੇਂ ਛਬੀਲ ਹੀ ਲਾਈ ਹੋਈ ਸੀ, ਬੜਾ ਵੱਡਾ ਲਾੜਾ ਸੀਗਾ ਜਿੱਥੋਂ ਰਸ ਕੱਢਦੇ ਸੀ। ਲੱਗਦਾ ਕੰਸਟਰਕਸ਼ਨ ਚੱਲਦੀ ਆ। ਇਹ ਸ਼ਾਇਦ ਐਂਟਰੈਂਸ ਬੰਦ ਹੋਊਗੀ, ਬਟ ਬਹੁਤ ਸੋਹਣਾ ਜੀ, ਬਹੁਤ ਵਧੀਆ। ਨਿਸ਼ਾਨ ਸਾਹਿਬ ਹੈ ਜੀ। Established in 1969। ਇਹਦੀ ਐਂਟਰੈਂਸ ਪੁੱਛੋ ਵੀਰ ਜੀ ਹੁਣਾਂ ਨੂੰ ਕਿੱਧਰੋਂ। ਲਓ ਜੀ, ਥੈਂਕ ਯੂ ਵੀਰ ਜੀ। ਟਾਈਮ ਕਿੰਨਾ ਹੋ ਗਿਆ? ਹਾਂਜੀ, ਟਾਈਮ ਕਿੰਨਾ? ਸਮਾਂ 5:30 ਹੋ ਗਿਆ। ਪੌਣੇ 6, ਪਰ ਅਜੇ ਵੀ ਬਾਹਰ ਧੁੱਪ 'ਚ ਖੜਿਆ ਨਹੀਂ ਜਾ ਸਕਦਾ। 40 ਡਿਗਰੀ ਸੈਲਸੀਅਸ। ਲਓ ਜੀ, ਇਹ ਲੰਗਰ ਸਾਹਿਬ।
ਯੂਬਾ ਸਿਟੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਜੀ, ਬਹੁਤ ਵਧੀਆ ਲੱਗਾ। ਲੰਗਰ ਛਕਿਆ। ਤਾਂ ਹੁਣ ਸਾਡੇ ਕੋਲ ਦੋ ਚੋਇਸਾਂ ਆ ਜੋਗਰਾ ਸਿੰਘ, ਦੱਸੋ ਜੀ। ਇੱਕ ਤਾਂ ਵਾਪਸੀ ਘਰ ਨੂੰ ਕਰੀਏ, ਦੂਸਰੀ ਹੈਗੀ ਆ ਵੀ ਜਿੱਦਾਂ ਹਮੇਸ਼ਾ ਹੀ ਸੋਚਦੇ ਸੀ ਵਾਪਸੀ ਘਰ ਨੂੰ ਨਾ ਕਰੀਏ, ਦੂਸਰੀ ਘਰ ਨੂੰ ਨਾ ਕਰੀਏ। ਔਰ ਜਿਹੜੀ ਹਮੇਸ਼ਾ ਹੀ ਆਪਾਂ ਗੱਲ ਕਰਦੇ ਹੁੰਨੇ ਆ ਵੀ ਇੱਥੇ 80 ਹਾਈਵੇ ਜਿਹੜਾ ਜਾਂਦਾ ਹੈ 80 ਹਾਈਵੇ ਵੀ ਇੱਕ ਵਾਰ ਕੋਸਟ ਟੂ ਕੋਸਟ ਕੀਤਾ ਜਾਵੇ। ਤਾਂ ਮੈਨੂੰ ਲੱਗਦਾ ਵੀ ਆਪਾਂ ਹੁਣ ਜੇ ਸੋਚਦੇ ਸੀਗੇ ਵੀ ਕਰੇ ਲਈਏ ਇੱਕ ਵਾਰ, ਕਿਉਂਕਿ ਇੱਥੋਂ ਸ਼ਿਕਾਗੋ ਦੋ ਚੀਜ਼ਾਂ ਸੀਗੀਆਂ। ਹਾਂਜੀ, ਸਲਾਹ ਚੱਲਦੀ ਤੇ ਸਲਾਹ ਦੇ ਵਿੱਚ ਸਾਰੀਆਂ ਗੱਲਾਂ ਆਉਂਦੀਆਂ ਵੀ ਬਈ ਜੇ ਗਏ ਤੇ ਫਿਰ ਕੀ ਖੱਟਾਂਗੇ, ਜੇ ਨਾ ਗਏ ਤੇ ਫਿਰ ਕੀ ਗਵਾਵਾਂਗੇ, ਜੇ ਗਿਆ ਤੇ ਫਿਰ ਕੰਮ ਕਰਦਾ ਕੀ ਹੁੰਦਾ ਆ। ਸੋ ਸਾਰਾ ਕੁਝ ਵਾਹਵਾ ਚਿਰ ਤੋਂ ਹੀ ਸਾਡੀ ਨਾ ਉਹ ਚੱਲਦੀ ਪਈ ਸੀਗੀ ਵੀ ਕਰੀਏ ਨਾ ਕਰੀਏ, ਜਾਈਏ ਨਾ ਜਾਈਏ। ਸੋ ਹੁਣ ਆਪਾਂ ਫਾਈਨਲੀ ਜੋ ਮਨ ਬਣਾਇਆ ਉਹ ਮਨ ਇਹ ਬਣਾਇਆ ਜੋ ਐਡਰੈਸ ਲੱਗਾ ਹੈ ਪੈਣ 2496 ਮਤਲਬ 2500 ਮਾਈਲ ਨੂੰ ਕਿਲੋਮੀਟਰ ਚ ਕਰੋ ਜੀ, ਗੂਗਲ ਨੂੰ ਪੁੱਛੋ। ਹੁਣ ਜੇ ਆਪਾਂ ਉੱਥੇ ਜਾਂਦੇ ਆ ਕੋਸਟ ਟੂ ਕੋਸਟ, ਆਪਾਂ ਦੀਪਾ ਜੀ ਆਪਾਂ ਇੱਧਰ ਪੈਸੀਫਿਕ ਕੋਸਟ ਦੇ ਵਿੱਚ ਜਾਏ ਆ ਸੈਨ ਫਰਾਂਸਿਸਕੋ। ਸਿਰਫ 4023 ਕਿਲੋਮੀਟਰ 4023 ਕਿਲੋਮੀਟਰ ਦਾ ਵਨ ਵੇ ਰਸਤਾ ਹੈਗਾ ਜੀ। ਇੱਕ ਪਾਸਾ। ਦੱਸੋ ਜੀ, what do you think? ਬਰਥਡੇ ਅੱਜ ਤੁਹਾਡਾ ਦਿਨ ਆ, ਯੂਅਰ ਬਰਥਡੇ ਬॉय। ਜਿੱਦਾਂ ਕਰੀਏ ਚੱਕ ਦਈਏ ਕੰਮ, ਜਿੱਦਾਂ ਕਹੋਗੇ ਉਦਾਂ ਹੀ ਹੋਊਗਾ। ਪਹਿਲਾਂ ਟੈਸਲਾ ਨੂੰ ਪੁੱਛ ਲਓ ਚੱਲੇਗੀ। ਟੈਸਲਾ ਨੇ ਤਾਂ ਜਿਸੇ ਮਰਜ਼ੀ ਲੈ ਜਾ ਇਹਨੂੰ। ਟੈਸਲਾ ਨਾ ਕਹੇ ਮੈਂ ਨਹੀਂ ਚਾਹਤੀ। ਟੈਸਲਾ ਉਹ ਅਗਲੀ ਕਹੇ ਤੁਸੀਂ ਮੈਨੂੰ ਕਹਿ ਕੇ ਕੁਝ ਲਿਆਏ ਤੇ ਹੁਣ ਮੈਨੂੰ ਕਿੱਥੇ ਲੈ ਚੱਲੇ ਆ। ਸੋ ਯੂ نو ਵਾਟ, ਵਾਹਿਗੁਰੂ ਦਾ ਨਾਮ ਲੈ ਦੇਖੋ ਕੇ ਜੀ ਤੁਸੀਂ ਦੱਸੋ ਡਰਾਈਵਰ ਤਿਆਰ ਆ? ਡਰਾਈਵਰ ਤਿਆਰ ਹੈ ਜੀ। ਆਪਾਂ ਫਿਰ ਇਦਾਂ ਕਰਦੇ ਆ, ਪਹਿਲਾਂ ਸ਼ਿਕਾਗੋ ਜਾਂਦੇ ਆ। ਸ਼ਿਕਾਗੋ ਮੇਰੇ ਖਿਆਲ ਉੱਥੋਂ 10 ਘੰਟੇ ਉਰੇ ਹੋਵੇਗਾ। ਸ਼ਿਕਾਗੋ ਜਾ ਕੇ ਤਾਂ ਫਿਰ ਉਹ ਜਿਹੜੇ ਇੰਡੀਅਨੈਪੋਲਿਸ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵਾ, ਇੱਕ ਵਾਰ ਦੇਖੀਏ, ਇੱਕ ਵਾਰ ਸਾਰੀ ਦੇਖੀਏ ਜਿੱਥੇ ਜਿੱਥੇ ਵੀ ਪੰਜਾਬੀ ਕਮਿਊਨਿਟੀ ਹੈਗੀ ਆ। ਦੇਖੋ ਅਸੀਂ ਘਰੋਂ ਤੇ ਆਏ ਸੀਗੇ ਸੋਚ ਕੇ ਵੀ ਅਸੀਂ 5-7 ਦਿਨ ਦਾ, ਜਿੰਨੇ ਕਿ ਸਾਨੂੰ ਦਿਨ ਹੋ ਗਏ ਆ ਵੀ 7ਵੇਂ ਦਿਨ ਅਸੀਂ ਘਰ ਵੱਲ ਨੂੰ ਵਾਪਸੀ ਪਾ ਲੈਣੀ ਆ। ਸੋ ਕੱਪੜੇ ਵੀ ਉਹਨੇ ਕੁ ਦਿਨਾਂ ਦੇ ਸੀਗੇ ਕੋਲ, ਪਰ ਲੱਕੀਲੀ ਅੱਜ ਅਸੀਂ ਜਿੱਥੇ ਰੁਕੇ ਸੀਗੇ ਅਸੀਂ ਸਾਰਾ ਕੁਝ ਆਪਣਾ ਐਨ ਮਤਲਬ ਫਰੈਸ਼ ਤਿਆਰ ਰੈਡੀ ਕਰਵਾ ਲਿਆ, ਧਵਾ ਧੂ ਲਿਆ। ਤੇ ਕਿਉਂਕਿ ਸਲਾਹ ਚੱਲਦੀ ਸੀ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਵੀ ਇਦਾਂ ਕਰਾਂਗੇ। ਤੇ ਹੁਣ ਯੂਬਾ ਸਿਟੀ ਆਏ ਆ, ਲੰਗਰ ਇੱਥੇ ਮੱਥਾ ਟੇਕਿਆ, ਲੰਗਰ ਛਕਿਆ ਤੇ ਮਨ ਫਿਰ ਬਣਿਆ ਵੀ ਕਿਉਂ ਨਾ ਅਸੀਂ ਅੱਜ ਹੁਣ ਖਿੱਚ ਦਈਏ। ਸੋ 4041 ਕਿਲੋਮੀਟਰ ਵਨ ਵੇ ਹੈ ਜੀ ਇਹ, ਦਿੱਲੀ ਦੇ 12 ਟ੍ਰਿਪ, ਮਤਲਬ 12 ਗੁਣਾ ਜੇ 300 ਕਿਲੋਮੀਟਰ ਆਪਾਂ ਪੰਜਾਬ ਤੋਂ ਲਾਉਂਦੇ ਆ। ਸੋ ਇਹ 4000 ਤੁਸੀਂ ਆਪੇ ਕੈਲਕੂਲੇਟ ਕਰ ਲਓ। ਸਾਨੂੰ 400 ਪੈਂਦੀ ਅੰਮ੍ਰਿਤਸਰ ਵਾਲਿਆਂ ਨੂੰ। ਫਿਰ ਤਾਂ 10 ਤਾਂ ਬਣਦਾ ਹੀ ਹੈ ਨਾ। ਹਾਂ, ਸਾਡੇ ਅੰਮ੍ਰਿਤਸਰ ਵਾਲਿਆਂ ਦੇ ਹਿਸਾਬ ਨਾਲ, ਜੇ ਰਾਜਪੁਰ ਵਾਲਿਆਂ ਦੇ ਹਿਸਾਬ ਨਾਲ ਚੱਲਣਾ ਕਿ ਸੋ ਐਂਡ ਤੁਸੀਂ ਇਹ ਦੇਖੋ ਜੀ, ਨਿਊਯਾਰਕ 2500 ਮਾਈਲ which comes to 4041 ਕਿਲੋਮੀਟਰ। ਸੋ ਲੈ ਕੇ ਰੱਬ ਦਾ ਨਾਮ ਕਰੀਏ ਤਾਂ ਆਪਾਂ ਪਹਿਲੀ ਜਿਹੜਾ ਸਟੇ ਕਰਾਂਗੇ ਆਪਾਂ ਕਰਾਂਗੇ ਸ਼ਿਕਾਗੋ। ਪਹਿਲਾ ਸਟੇ ਸ਼ਿਕਾਗੋ, ਜਿਹੜਾ ਕਿ ਆਲਮੋਸਟ 30 ਘੰਟੇ ਦੇ ਸਫ਼ਰ ਤੋਂ ਬਾਅਦ। ਨਹੀਂ, ਸ਼ਿਕਾਗੋ ਦੇਖ ਲੈਣ ਦਿਓ ਵੀਰ ਜੀ। ਸ਼ਿਕਾਗੋ 1786 ਮਾਈਲ ਆ। ਹਾਂ, ਦੇਖਿਓ ਜੀ ਮਰ ਜਾ, 1786 ਮਾਈਲ ਤੋਂ ਕਿਲੋਮੀਟਰ ਬਣਾਇਓ ਮਰ ਜਾ, 1786। ਅੱਛਾ, ਆ ਨਾਲ ਚਾਰਜਿੰਗ ਸਟੇਸ਼ਨਸ ਦਾ ਇਹ ਸਾਰੇ ਇਹਨੇ ਦੱਸ ਦੇਣੇ ਵੀ ਕਿੱਥੇ ਕਿੱਥੇ ਤੁਸੀਂ ਚਾਰਜ ਕਰਨਾ। ਤਾਂ ਕੋਈ ਵੀ ਇਹੋ ਜਿਹਾ 4 5 6 7 8 9 10 11 12 13 ਹੈ ਨਾ, ਉਹ ਤਾਂ ਇਸ਼ੂ ਕੋਈ ਨਹੀਂ। ਪਰ ਇਹ ਦੱਸਿਓ ਜੀ ਕਿੰਨੇ ਕਿਲੋਮੀਟਰ ਬਣਦੇ ਆ, ਕਿੰਨੇ ਬਣਾਏ ਸੀ ਜੀ? 1786 ਮੀਲਾਂ ਕਿੰਨੀਆਂ ਨੇ? 1786 ਮਾਈਲ ਇਨਟੂ ਕਿਲੋਮੀਟਰਸ। ਹੁਣੇ ਤੁਹਾਨੂੰ ਦੱਸਦੇ ਆ ਜੀ। 2875। ਸੋ 2875 ਸੋ 2900 ਕਿਲੋਮੀਟਰ ਪਹਿਲਾ ਸਾਡਾ ਖਿੱਚੀਏ, ਫਿਰ ਲਈਏ ਜਕਾਰਾ ਬੁਲਾਈਏ, ਫਿਰ ਬਾਹਲਾ ਨਾ ਸੋਚੀਏ। ਨਹੀਂ ਫਿਰ ਹੁਣ ਕੁਛ ਕਿਵੇਂ ਭਾਈ ਸਾਹਿਬ ਬੁਲਾਈਏ ਜਕਾਰਾ? ਖਿੱਚੋ ਬਾਰੀ। ਓਕੇ ਚਲਿਏ। ਓਕੇ ਜੀ, ਵਾਹਿਗੁਰੂ ਮਿਹਰ ਕਰੇ। ਭਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਕਿਰਪਾ ਜੀ। ਹੁਣ ਸਹੀ ਜੀ, ਆਪਾਂ ਮੱਥਾ ਟੇਕ ਕੇ ਚੱਲੇ ਆ। ਤਾਂ ਦੇਖੋ ਇੱਕ ਯਾਤਰਾ ਕਰਨ ਆਏ ਸੀ ਤੇ ਇੱਕ ਯਾਤਰਾ ਚ ਦੂਸਰੀ ਯਾਤਰਾ ਦੀ ਸ਼ੁਰੂਆਤ ਹੋਈ ਉਹਦੀ ਗੁਰੂ ਘਰ ਤੋਂ। ਪਰ ਇਹ ਜੋਗਰਾਜ, ਇਹ ਸਾਰਿਆਂ ਦਾ ਸੁਪਨਾ ਹੁੰਦਾ ਵੀ ਇੱਕ ਵਾਰ ਕ੍ਰਾਸ ਕੰਟਰੀ ਕਰਨਾ, ਅਸੀਂ ਆਹ ਕਰਨਾ, ਇਸ ਤਰ੍ਹਾਂ ਜਾਵਾਂਗੇ, ਪਰ ਸਾਲਾਂ ਲੱਗ ਜਾਂਦੇ ਆ। ਪਰ ਆਪਾਂ ਨਾਲੇ ਜਿਹੜਾ ਆਪਾਂ ਇੱਕ ਰੈਕਡ ਬਣਾਉਣ ਜਾ ਰਹੇ ਹਾਂ ਟੈਸਲਾ ਤੇ, ਇਲੈਕਟ੍ਰਿਕ ਗੱਡੀ ਤੇ, ਰਾਈਟ। ਸੋ ਆਹ ਦੇਖੋ ਜੀ, ਯੂਬਾ ਸਿਟੀ ਤੋਂ ਤੁਰ ਪਏ ਆ। ਆਪਣਾ ਦਿਨ ਕਿੰਨਵਾਂ ਹੈ ਜੀ ਅੱਜ? 7ਵਾਂ ਜਾਂ 6ਵਾਂ?
ਅੱਜ 7ਵਾਂ ਦਿਨ 7ਵਾਂ ਦਿਨ 7th ਡੇ 7th ਡੇ। ਤਾਂ ਹੁਣ ਆਪਾਂ ਨਿਕਲ ਕੇ ਆਪਾਂ ਸਿੱਧੇ ਸ਼ਿਕਾਗੋ ਜਿਸ ਵੇਲੇ ਜਾਣਾ ਹੈ ਜੀ, ਇਹਦੇ ਵਿੱਚ ਸ਼ਿਕਾਗੋ ਤੋਂ ਗਾਹਾਂ ਨਿਊਯਾਰਕ ਦੇਖਾਂਗੇ। ਫਿਰ ਇਹ ਹੈਗਾ ਰੀਨੋ ਵਿੱਚ ਹੀ। ਪਹਿਲਾ ਜਿਹੜਾ ਸਟਾਪ ਆਪਾਂ ਕਰਾਂਗੇ ਖਾਣ ਪੀਣ ਦਾ, ਨਵਾਡਾ ਸਟੇਟ ਦੇ ਵਿੱਚ ਰੀਨੋ। ਜਿਹੜੇ ਬੰਦਿਆਂ ਨੂੰ ਪਤਾ ਹੈ ਉਹਨਾਂ ਨੂੰ ਤਾਂ ਚਲੋ ਪਤਾ ਹੈ, ਜਿਹਨਾਂ ਨੂੰ ਨਹੀਂ ਪਤਾ ਆ ਦੇਖੋ ਰੀਨੋ। ਇਹ ਹੈਗਾ ਆ ਜਿੱਦਾਂ ਲਾਸ ਵੇਗਸ ਵਾ ਨਾ, ਹਾਂਜੀ ਉਸ ਤਰ੍ਹਾਂ ਦਾ ਪਹਿਲਾਂ ਇਹੀ ਹੋਇਆ ਕਰਦਾ ਸੀਗਾ। ਸਾਨੂੰ ਇੱਥੇ ਚਾਰਜ ਕਰਨ ਦੀ ਲੋੜ ਨਹੀਂ ਸੀ, ਪ੍ਰੋਬਬਲੀ ਸਿੱਧਾ ਹੀ ਜਾ ਕੇ ਕਰਾਂਗੇ। ਸਿੱਧੇ ਹਾਂਜੀ, ਉੱਥੇ ਜਾ ਕੇ ਤਾਂ ਫਿਰ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਖਿੱਚੀਏ ਜੀ ਫਿਰ ਆਪਾਂ। ਠੀਕ ਹੈ ਜੀ, ਚਲੋ ਜੀ। ਇੱਥੋਂ ਹਾਈਵੇ 80 ਜਾਣਾ ਆ। ਜੇ ਤੁਸੀਂ ਪੂਰਾ ਦੇਖਦੇ ਆ 80 ਹਾਈਵੇ ਜਾ ਕੇ ਤੁਸੀਂ ਇਹ ਦੇਖੋ 80 ਹਾਈਵੇ, ਇੱਕ ਮਿੰਟ, ਫਿਰ ਸਾਲਟ ਲੇਕ ਸਿਟੀ ਆਵੇਗਾ, ਰੀਨੋ ਆਵੇਗਾ, ਐਂਡ ਇੱਕ ਮਿੰਟ ਡੈਨਵਰ ਤੋਂ ਬਾਹਰ ਦੀ ਲੰਘ ਜਾਵਾਂਗੇ, ਐਂਡ ਆਇਓਵਾ ਸਟੇਟ ਆਵੇਗੀ। ਜਿਹੜੇ ਪੜ੍ਹਦੇ ਹੁੰਦੇ ਸੀ, ਨਬਰਾਸਕਾ ਸਟੇਟ ਆਵੇਗੀ, ਵਾਇਓਮਿੰਗ ਸਟੇਟ ਆਵੇਗੀ, ਸ਼ਾਇਦ ਪ੍ਰੋਨਾਂਸੀਏਸ਼ਨ 'ਚ ਗੜਬੜ ਹੋਵੇਗੀ, ਨਵਾਡਾ ਸਟੇਟ ਆਵੇਗੀ, ਐਂਡ ਉਸ ਤੋਂ ਅੱਗੇ ਜਿਹੜਾ ਸੂਬਾ ਆਵੇਗਾ ਸ਼ਿਕਾਗੋ, ਮੇਰੇ ਖਿਆਲ IL ਨਾਲ ਕੁਛ ਹੁੰਦਾ ਜੀ, ਉਹ ਉਹਨਾਂ ਦੀ ਜਿਹੜੀ ਸਟੇਟ ਆ ਇਲੀਨੋਏ ਜਾਂ ਇਹ ਆਵੇਗੀਆਂ। ਤਾਂ ਨਾਲ ਦੀ ਨਾਲ ਤੁਹਾਨੂੰ ਅਸੀਂ ਦਿਖਾਉਂਦੇ ਜਾਵਾਂਗੇ ਜੀ। ਪੂਰਾ ਪ੍ਰੋਪਰ ਜੇ ਮਾੜਾ ਜਿਹਾ ਪਲਾਨ ਸ਼ੁਰੂਆਤ 'ਚ ਸਾਂਝਾ ਕਰਨਾ ਹੋਏ, ਸਾਡਾ ਪਲਾਨ ਜ਼ਰੂਰ ਨਿਊਯਾਰਕ ਦਾ ਆ। ਹਾਂਜੀ, ਪਰ ਨਿਊਯਾਰਕ ਤੋਂ ਅਗਲਾ ਪਲਾਨ ਵੀ ਤੁਹਾਨੂੰ ਦੱਸ ਦਈਏ। ਨਿਊਯਾਰਕ ਤੋਂ ਬਾਅਦ ਅਸੀਂ ਟੋਰਾਂਟੋ, ਹਾਂਜੀ, ਟੋਰਾਂਟੋ ਤੋਂ ਬਾਅਦ ਹੈਲੀਫੈਕਸ, ਹਾਂਜੀ, ਉਧਰ ਤੱਕ ਜਾਣ ਦਾ ਅਸੀਂ ਜੋ ਪ੍ਰੋਗਰਾਮ ਆ ਉਹ ਵੀ ਨਾਲ ਹੀ ਸੋਚਿਆ ਕਿ ਜੇ ਹੁਣ ਉਸ ਪਾਸੇ ਜਾਣਾ ਆ ਤਾਂ ਉਹ ਵੀ ਨਾਲ ਆਪਾਂ ਐਗਜ਼ੀਕਿਊਟ ਕਰਾਂਗੇ। ਪਰ ਇਹਦੇ ਵਿੱਚ ਇੱਕ ਪਲਾਨ, ਜਿਹੜਾ ਇੱਕ ਸਰਪ੍ਰਾਈਜ਼ ਇੱਕ ਟੋਰਾਂਟੋ, ਉਹ ਵੀ ਸਾਰਿਆਂ ਨੂੰ ਜ਼ਰੂਰ ਮਿਲੂਗਾ। ਬਿਲਕੁਲ ਸਹੀ ਹੈ ਜੀ। ਹੋ ਸਕਦਾ ਆਪਾਂ ਟੋਰਾਂਟੋ ਨਾ ਜਾਈਏ, ਉੱਥੋਂ ਸਿੱਧੇ ਨਿਊਯਾਰਕ ਤੋਂ ਨਾ ਕੋਸਟ ਦੇ ਅਟਲਾਂਟਿਕ ਕੋਸਟ ਦੇ ਨਾਲ ਸਿੱਧੇ ਹੈਲੀਫੈਕਸ ਚੱਲ ਜਾਈਏ। ਅੱਛਾ, ਉਹ ਸਰਪ੍ਰਾਈਜ਼ ਹੈਲੀਫੈਕਸ ਵੀ ਮਿਲ ਸਕਦਾ ਹੈ। ਇਸ ਤਰ੍ਹਾਂ ਵੀ ਹੋ ਸਕਦਾ। ਇਸ ਤਰ੍ਹਾਂ ਹੋਵੇਗਾ ਤਾਂ ਮੇਰੇ ਖਿਆਲ ਬੈਟਰ ਹੋਵੇਗਾ। ਇਸ ਤਰ੍ਹਾਂ ਵੀ ਕਰ ਲਵਾਂਗੇ ਆਪਾਂ। ਸੋ ਮਤਲਬ ਕਿਤੇ ਨਾ ਕਿਤੇ ਕੈਨੇਡਾ 'ਚ ਜਦੋਂ ਅਸੀਂ ਪਹੁੰਚੇ ਉਦੋਂ ਸਰਪ੍ਰਾਈਜ਼ ਆਉਣ ਦਾ ਵੇ ਹੋਏਗਾ ਨਾ। ਠੀਕ ਹੈ ਜੀ, ਚਲੋ ਜੀ। ਹੁਣ ਤੁਸੀਂ ਨਾ ਰਿਲੈਕਸ ਹੋਵੋ ਜੀ, ਤਾਂ ਫਿਰ ਸਿਟ ਬੈਕ ਐਂਡ ਰਿਲੈਕਸ ਕਿਹੜੇ ਕਹਿੰਦੇ ਨਾ। ਪਰ ਕਿਲੋਮੀਟਰ ਤੁਸੀਂ ਦੇਖੋ ਜੀ, ਵੀ ਕੋਈ ਬੰਦਾ ਐਦਾਂ ਸਾਡੇ ਟ੍ਰਿਪ ਬਣਦੇ ਆ, ਮਤਲਬ ਵੀ ਮਹਾਰਾਜ ਦੀ ਕਿਰਪਾ ਆ ਵੀ ਸਾਨੂੰ ਲੱਗਿਆ ਵੀ, ਕਿਉਂਕਿ ਹਮੇਸ਼ਾ ਹੀ ਇੱਕ ਗੱਲ ਹੁੰਦੀ ਹੈ ਜੀ, ਆਪਾਂ ਕਈ ਵਾਰ ਲਾਈਫ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦੇ, ਚੰਗਾ ਵੀ ਕਰਨਾ ਚਾਹੁੰਦੇ ਆ, ਘੁੰਮਣਾ ਚਾਹੁੰਦੇ ਆ, ਬਟ ਆਪਾਂ ਪੋਸਟਪੋਨ ਕਰੀ ਜਾਂਦੇ ਆ ਵੀ ਓਕੇ ਅਗਲੇ ਸਾਲ ਫਿਰ ਜਾਵਾਂਗੇ, ਹੁਣ ਨਹੀਂ, ਹੁਣ ਪੈਸੇ ਘੱਟ ਆ, ਹੁਣ ਆ ਮੇਰੀਆਂ ਪ੍ਰੋਬਲਮ ਆ। ਇਹ ਤਾਂ ਕਦੇ ਵੀ ਸਥਿਤੀਆਂ ਤਾਂ ਉਹੋ ਜਿਹੀਆਂ ਆਉਣੀਆਂ ਹੀ ਨਹੀਂਗੀਆਂ। ਸੋ ਇਸ ਕਰਕੇ ਜੇ ਸੂਤ ਲੱਗਦਾ ਤਾਂ ਪ੍ਰਮਾਤਮਾ ਮਿਹਰ ਰੱਖੇ ਤਾਂ ਚੁੱਪ ਕਰਕੇ ਬੰਦਾ ਜਾ ਆਵੇ, ਜਿੱਦਾਂ ਹੁਣ ਅਸੀਂ ਚੱਲੇ ਆ। ਅੱਜ ਇੱਕ ਸਾਰੀ ਰਾਤ ਡਰਾਈਵਿੰਗ ਕਰਾਂਗੇ 100% ਹਨਾ, ਐਨ ਪਲੱਸ ਰੀਨੋ ਜਾ ਕੇ ਡਿਨਰ ਕਰਾਂਗੇ, ਐਂਡ ਉਸ ਤੋਂ ਅੱਗੇ ਜਾ ਕੇ ਦਿਨ ਚੜ੍ਹਦੇ ਨੂੰ ਮੇਰੀ ਇਹ ਆ ਵੀ ਸਾਲਟ ਲੇਕ ਗੁਰੂ ਘਰ ਦਰਸ਼ਨ ਕਰੀਏ। ਜਿਹੜਾ ਬ੍ਰੇਕਫਾਸਟ ਆ, ਨਾਲੇ ਉੱਥੇ ਮੱਥਾ ਟੇਕਾਂਗੇ, ਨਾਲੇ ਉੱਥੇ ਬ੍ਰੇਕਫਾਸਟ। ਉਹ ਮੇਰੇ ਖਿਆਲ ਸ਼ਾਇਦ ਆਪਾਂ ਅਰਲੀ ਜ਼ਿਆਦਾ ਪਹੁੰਚ ਜਾਈਏ, ਆਪਾਂ ਦੇਖ ਲੈਣੇ ਵੀ ਕਿੰਨੇ ਵਜੇ ਆ। ਤਾਂ ਸਾਨੂੰ ਪਲੀਜ਼ ਦੱਸਿਓ ਰਾਹ ਦੇ ਵਿੱਚ ਹੋਰ ਵੀ ਕਿੱਥੇ ਰੁਕਣਾ ਚਾਹੀਦਾ। ਓਕੇ ਜੀ। ਜੋਗਰਾਜ ਜੀ, ਕਿਵੇਂ ਲੱਗ ਰਿਹਾ? ਹੋ ਗਿਆ ਰੈਡੀ? ਫਿਰ ਖਿੱਚ ਲਿਆ ਰੈਡੀ ਫॉर ਦਾ। ਸੋਚਿਆ ਵੀ ਯਾਤਰਾ ਲੰਬੀ ਆ, ਰਾਤ ਵੀ ਲਾਉਣੀ ਆ, ਤੇ ਥੋੜਾ ਜਿਹਾ ਡਰਾਈਵਰ ਵਾਲੇ ਮੋਡ 'ਚ ਆ ਜਾਈਏ, ਤੇ ਇਸ ਲਈ ਥੋੜਾ ਜਿਹਾ ਈਜ਼ੀ ਹੋ ਗਏ ਆ ਸਾਰੇ ਜਾਣੇ। ਹੁਣ ਵਧੀਆ ਪੈਰੀ ਚੱਪਲਾਂ ਪੈ ਗਈਆਂ ਨੇ, ਤੇ ਥੋੜਾ ਜਿਹਾ ਲਾ ਗਿਆ। ਹਾਂ ਹਾਂਜੀ। ਤੇ ਹੁਣ ਅਸੀਂ ਤੁਰ ਪੈਣ ਲੱਗੇ ਆ ਫਾਈਨਲੀ ਯੂਬਾ ਸਿਟੀ ਤੋਂ, ਤੇ ਐਕਸਾਈਟਮੈਂਟ ਵੀ ਆ ਤੇ ਚਾਹ ਵੀ ਆ। ਪਹਿਲੀ ਅਸੀਂ ਕਰਨ ਲੱਗੇ ਇਦਾਂ, ਤੇ ਖੈਰ ਤੁਹਾਨੂੰ ਨਾਲ ਕਰਾਵਾਂਗੇ। ਡਿਫਰੈਂਟ ਐਕਸਪੀਰੀਅੰਸ ਸਾਡੇ ਲਈ ਹੋਣਗੇ ਤੇ ਤੁਹਾਡੇ ਲਈ ਵੀ ਨਾਲ। ਇੱਕ ਵਾਰ ਫਿਰ ਸਾਰਿਆਂ ਨੂੰ ਦੱਸ ਦਈਏ ਵੀ ਜਿਹੜੀ ਗੱਡੀ ਹੈ ਟੈਸਲਾ ਮਾਡਲ Y ਆ, ਬ੍ਰਾਂਡ ਨਿਊ ਗੱਡੀ ਆ। ਅਸੀਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਅਸੀਂ ਚਲਾਈ ਆ, 4500 ਮੀਲੇ ਚੱਲੀ ਆ ਜੇ। ਬ੍ਰਾਂਡ ਨਿਊ ਟੈਸਲਾ ਮਾਡਲ Y, ਡੂਅਲ ਮੋਟਰ, ਲੌਂਗ ਰੇਂਜ ਇਹਦੀ 500 ਕੁਛ ਕਿਲੋਮੀਟਰ ਆ, 4500 ਕੁਛ ਮੀਲੇ ਚੱਲੀ ਆ। ਹੁਣ ਜਿਹੜੀ ਹੁਣੇ ਚਲਾਵਾਂਗੇ, ਪਹਿਲਾਂ ਵੀ ਆਪਾਂ ਹੀ ਚਲਾਈ ਆ। ਆਪਾਂ ਜਿਹੜੇ ਲੈ ਕੇ ਆਏ ਆਪਾਂ 2500 3000 ਤਾਂ ਆਪਾਂ ਚਲਾਤੀ ਆ। ਹੁਣ ਇੱਥੇ ਜਿਹੜਾ ਨੈਕਸਟ ਸਟਾਪ ਆ, ਜਿੱਥੇ ਜਾ ਕੇ ਆਪਾਂ ਰੈਸਟ ਕਰਨੀ ਆ, ਅਬਾਊਟ 3000 ਕਿਲੋਮੀਟਰ ਬਾਅਦ ਆ ਭਾਈ ਸਾਹਿਬ, 3000 ਕਿਲੋਮੀਟਰ ਬਾਅਦ। ਸ਼ਹਿਰ ਦਾ ਨਾਮ ਆ ਸ਼ਿਕਾਗੋ। ਇੱਥੋਂ ਸਿੱਧਾ 80 ਹਾਈਵੇ ਲੈ ਕੇ, ਫਰੀਵੇ I-80 ਲੈ ਕੇ, ਇੰਟਰਸਟੇਟ 80 ਲੈ ਕੇ, ਕਿਉਂਕਿ ਹਮੇਸ਼ਾ ਸੁਣਦੇ ਸੀ ਵੀ ਇੱਕ ਵਾਰ ਵੇ ਅਸੀਂ ਸੈਨ ਫਰਾਂਸਿਸਕੋ ਤੋਂ ਕਿਤੇ ਨਿਊਯਾਰਕ ਕਰੀਏ I-80 ਤੇ, ਜਾਂ ਸ਼ਿਕਾਗੋ ਤੱਕ ਜਾਈਏ। ਹੁਣ ਆਪਾਂ ਸ਼ਿਕਾਗੋ ਜਾਵਾਂਗੇ, ਜੇ ਆਪਣੇ ਕੋਲ ਗਾਹਾਂ ਦੇ ਦਿਨ ਹੋਣਗੇ ਆਪਾਂ ਡੈਫੀਨਿਟਲੀ
ਨਿਊਯਾਰਕ ਜਾਂ ਉਸ ਤੋਂ ਅੱਗੇ ਵੀ ਜਾਵਾਂਗੇ। ਚਲੋ ਠੀਕ ਹੈ ਜੀ, ਤੋਰ ਲਈਏ ਜੀ ਫਿਰ ਸਾਫ਼ ਕਰ ਲਈਏ ਗੱਡੀ। ਹੁਣ ਇੱਥੋਂ ਜਿਹੜਾ ਨੈਕਸਟ ਸਟਾਪ ਆਪਾਂ ਰੁਕਣਾ ਹੈ ਰੀਨੋ 'ਚ ਜਾ ਕੇ ਰੁਕਾਂਗੇ ਜਾਂ ਕਿਤੇ ਚਾਰਜਿੰਗ ਲਈ ਰੁਕਣਾ ਅਸੀਂ ਪਵੇ। ਥੋੜਾ ਜਿਹਾ ਹਲਕਾ ਜਿਹਾ ਡਿਨਰ ਕਰਾਂਗੇ, ਬਹੁਤਾ ਜ਼ਿਆਦਾ ਨਹੀਂ, ਕਿਉਂਕਿ ਅਸੀਂ ਯੂਬਾ ਸਿਟੀ ਤੋਂ ਵੀ ਲੰਗਰ ਛਕ ਕੇ ਤੁਰੇ ਥੋੜਾ ਜਿਹਾ। ਠੀਕ ਹੈ ਜੀ। ਤੇ ਫਿਰ ਕਰਦੇ ਕਰਦੇ ਜਿੱਥੇ ਚਾਰਜ ਕਰਨਾ ਆ ਉਹ ਹਾਈਵੇ ਦੇ ਉੱਤੇ ਤੁਹਾਨੂੰ ਪਤਾ ਸਾਰਾ ਕੁਝ ਉੱਥੇ ਖਾਣ ਪੀਣ ਨੂੰ ਮਿਲ ਹੀ ਜਾਂਦਾ ਆ। ਸੋ ਖਾਂਦੇ ਖੁੰਦੇ ਛਕਦੇ ਛਕਾਉਂਦੇ ਘੁੰਮਦੇ ਫਿਰਦੇ ਬ੍ਰੇਕਾਂ ਲਾਉਂਦੇ ਸੌਂਦੇ ਗਾਉਂਦੇ ਅਸੀਂ ਜਾਵਾਂਗੇ ਤੇ ਆਪਣੀ ਯਾਤਰਾ ਕਰਦੇ ਹਾਂ। ਔਰ ਜਿਹੜੀ ਸਭ ਤੋਂ ਵਧੀਆ ਗੱਲ ਹੈ ਟੈਸਲਾ ਦੇ, ਜਿਹੜੇ ਬੰਦੇ ਸੋਚਦੇ ਵੀ ਕੀ ਟੈਸਲਾ ਜਾ ਸਕਦੀ ਆ, ਹਰ ਜਗ੍ਹਾ ਹੀ ਜਾ ਇਹ ਅਸਲ 'ਚ ਇੱਕ ਚੈਲੰਜ ਆ ਸਾਡੇ ਲਈ ਵੀ, ਹਾਂਜੀ। ਜਿਹੜਾ ਅਸੀਂ ਲਿਆ। ਹਾਂਜੀ, ਸਾਨੂੰ ਵੀ ਪਤਾ ਆ ਕਿ ਸਾਨੂੰ ਚਾਰਜ ਕਰਨਾ ਪੈਣਾ ਹੈ, ਲੱਭਣਾ ਪੈਣਾ ਸਟੇਸ਼ਨ 'ਚ, ਫਿਰ ਕਿਉਂ ਕੋਈ ਗੱਲ ਨਹੀਂ। ਸੋ ਕੋਈ challenge ਇਸ਼ੂ ਆ, ਸੋ ਕੋਈ ਪਰ issue ਨਹੀਂ। i80 'ਚ ਤਾਂ ਕੋਈ ਇਸ਼ੂ ਨਹੀਂ। ਅਸੀਂ ਤਾਂ ਗਾਹਾਂ ਵੀ ਜਿਹੜੇ ਰਿਮੋਟ ਏਰੀਆ ਤੇ ਵੀ ਸੋਚਦੇ ਆ ਜਾਣ ਦੀ। ਬਿਲਕੁਲ ਠੀਕ ਹੈ, ਚਲੋ। ਗੱਡੀ ਰੈਡੀ ਆ, ਚਲੋ ਜੀ ਤੋਰੋ ਫਿਰ। ਤੁਹਾਨੂੰ ਵਾਹਿਗੁਰੂ ਦਾ ਨਾਮ ਲੈ ਕੇ ਮੱਥਾ ਟੇਕ ਕੇ ਤੁਰੋ ਜੀ, ਫਿਰ ਆ ਗਏ ਜੀ। ਸੋ ਬਹੁਤ ਸਾਰਿਆਂ ਜਿਹੜੇ ਕਈ ਸੱਜਣਾ ਮਿੱਤਰਾਂ ਦੇ ਫੋਨ ਆਏ ਕੈਲੀਫੋਰਨੀਆ ਤੋਂ, ਉਹਨਾਂ ਨੂੰ ਸੰਪਰਕ ਨਹੀਂ ਹੋ ਪਾਇਆ ਤੇ ਵਲੌਗ ਦੇ ਵਿੱਚ ਹੀ ਉਹਨਾਂ ਕੋਲ ਚੱਲਦਿਆਂ ਨਾਲ ਮੁਆਫੀ ਵੀ ਮੰਗ ਲੈਨੇ ਆ ਤੇ ਅਗਲੀ ਵਾਰੀ ਜਿਹੜਾ ਗੇੜਾ ਫਿਰ ਲੱਗੂਗਾ ਤੇ ਫਿਰ ਜ਼ਰੂਰ ਦਰਸ਼ਨ ਮੇਲੇ ਕਰਾਂਗੇ। ਲਓ ਜੀ, ਇਸ ਵੇਲੇ ਅਸੀਂ 20 ਤੇ ਆਉਂਦੇ ਸੀਗੇ ਐਂਡ ਯੂਬਾ ਸਿਟੀ ਤੋਂ ਫਾਈਨਲੀ। ਇਹ ਕਿਉਂਕਿ ਸਿੰਗਲ ਰੋਡ ਸੀ, ਬਹੁਤ ਵਧੀਆ ਸੀ, ਪਰ ਸੀਨਿਕ ਰੂਟ ਸੀ। ਪਰ ਹੁਣ ਆ ਗਿਆ ਜੀ, ਆ ਦੇਖੋ ਸੈਕਰਾਮੈਂਟੋ ਐਂਡ ਰੀਨੋ 80 ਹਾਈਵੇ, ਜਿਹਦੇ ਉੱਤੇ ਜਾਣਾ ਉਹ ਆ ਗਿਆ i80 ਧੁਰ ਤੱਕ। 80 ਨੰਬਰ ਹਾਈਵੇ, 80 ਨੰਬਰ ਹਾਈਵੇ, ਜਿਹਦੇ ਉੱਤੇ ਆਪਾਂ ਨੇ ਪੈ ਗਿਆ। ਤਾਂ ਹੁਣ ਜੋਗਰਾਜ ਜੀ ਜਿਹੜਾ 2 ਵੇ ਰੋਡਾਂ ਜਿਹੀਆਂ ਸੀਗੀਆਂ ਖਤਮ। ਸ਼ਿਕਾਗੋ, ਨਿਊਯਾਰਕ, ਜਿੱਥੇ ਮਰਜ਼ੀ ਜਾਓ, ਹੁਣ ਬਸ ਐਸ਼ ਕਰੋ। ਉੱਡਦੇ ਜਾਵਾਂਗੇ ਹੁਣ। ਉੱਡਦੇ ਤੋਂ ਵੀ ਉੱਡਦੇ ਜਾਵਾਂਗੇ। ਆ ਤੁਸੀਂ ਦੇਖਿਓ ਫ੍ਰੀ ਵੇ ਐਂਟਰੈਂਸ। ਆ ਲਓ ਜੀ 80 ਇੱਥੇ ਚੜ ਗਏ ਜੀ। 80 ਲਓ ਜੀ। 80 ਲਓ ਜੀ, ਆ ਲਓ ਜੀ ਚੜ ਗਏ ਆ 80 ਦੇ। ਇਹ ਆ ਜੀ ਇਸ ਵੇਲੇ 7:30 ਤੱਕ ਨੇ 8:23 ਮਿੰਟ ਹੋ ਗਏ ਨੇ। ਕਿਆ ਬਾਤ। ਟੈਂਪਰੇਚਰ ਇੱਥੇ ਘਟ ਗਿਆ ਕਿਉਂਕਿ ਬਹੁਤ ਉਚਾਈ ਤੇ ਸੀ। 21 ਰਹਿ ਗਿਆ। ਹੁਣ ਇੱਥੇ ਆਟੋ ਪਾਇਲਟ ਲਾ ਦਿਓ ਸਰਦਾਰ ਸਾਹਿਬ। ਪਹਿਲਾ ਕੰਮ ਹੀ ਮੈਂ ਇਹੋ ਕੀਤਾ ਜੀ। ਆਟੋ ਪਾਇਲਟ ਲਾ ਕੇ ਜਿਹੜੀ ਰੀਨੋ ਆ ਗਿਆ 59। ਜਿਹੜਾ ਸਾਡਾ ਪਹਿਲਾ ਸਟਾਪ ਹੋਵੇਗਾ ਉਹ 59 ਕਿਲੋਮੀਟਰ ਤੇ ਹੋਵੇਗਾ। ਮਾਈਲ ਸੌਰੀ, ਉਹ ਕਿਲੋਮੀਟਰ ਮੂੰਹ ਚੋਂ ਨਿਕਲਦੇ ਆ। ਆਓ ਜੀ, ਦੇਖਿਆ ਨਾ ਫਰਕ ਕਿੰਨਾ ਡਰਾਈਵਿੰਗ ਦਾ ਆਲ ਆਫ ਸਡਨ ਕਿੰਨਾ ਫਰਕ ਪੈ ਗਿਆ। ਸੋ ਜੇ ਡਾਊਨ ਹਿਲ ਜੇ ਤਾਂ ਇੱਦਾਂ ਹੀ ਆਈ ਗਈ, ਫਿਰ ਇਹਦੀ ਰੇਂਜ ਵੱਧ ਜਾਣੀ ਹੈ। ਅੱਛਾ। ਫਿਰ ਆਪਾਂ ਉੱਥੇ ਰੁਕਣ ਦੀ ਲੋੜ ਨਹੀਂ ਹੈਗੀ। ਫਿਰ ਆਪਾਂ ਆਲਰੇਡੀ ਰੀਨੋ ਜਾ ਕੇ ਹੀ ਚਾਰਜ ਕਰ ਸਕਦੇ ਹਾਂ। ਬਿਗ ਡਿਫਰੈਂਸ। ਬਿਲਕੁਲ, ਹਾਂਜੀ। ਲਓ ਜੀ, ਇਸ ਵੇਲੇ ਅਸੀਂ ਹੁਣ ਰੁਕੇ ਹਾਂ। ਸ਼ਹਿਰ ਦਾ ਕੀ ਨਾਮ ਹੈ ਜੋਗਰਾਜ? ਇਹ ਸ਼ਹਿਰ ਬਹੁਤ ਛੋਟਾ ਸ਼ਹਿਰ ਹੈ। ਇਹ ਤਾਂ ਸ਼ਾਇਦ ਕੋਈ ਵੀ ਨਾਂ ਸਾਨੂੰ ਸਮਝ ਨਹੀਂ ਆ ਰਿਹਾ, ਪਰ ਇੱਥੋਂ ਲੈਫਟ ਕਰਾਂਗੇ ਜੀ, ਉੱਪਰ ਦੀ ਘੁਮਾ ਕੇ। ਹਾਂਜੀ। ਇਹ ਚੌਂਕ ਸਿਸਟਮ ਹੈ ਜੀ। ਇੱਥੇ ਆਪਾਂ ਕਰਨ ਦੇ ਲਈ ਲੈਫਟ ਨੂੰ ਰੱਖਿਓ। ਹੌਲੀ ਹੌਲੀ ਤੁਸੀਂ ਥੋੜਾ। ਫਿਊਲ ਦੀ ਪ੍ਰਾਈਸ ਦੇਖ ਲਓ, $6.25 ਨੂੰ ਗੈਲਨ ਆ ਜੀ। $6.25 ਨੂੰ ਗੈਲਨ। ਹੁਣ ਆਪਾਂ ਗੈਸ ਇੱਥੇ ਟੈਸਲਾ ਦੇ ਚਾਰਜ ਕਰਨ ਲਈ ਖੜੇ ਹੋਏ ਆ। ਤਾਂ ਇਸ ਤੋਂ ਬਾਅਦ ਰੀਨੋ ਆਪਾਂ ਡਿਨਰ ਕਰਾਂਗੇ ਐਂਡ ਉਸ ਤੋਂ ਬਾਅਦ ਫਿਰ ਸਿੱਧਾ ਹੀ ਖਿੱਚ ਦਿਆਂਗੇ ਸਾਲਟ ਲੇਕ ਸਿਟੀ ਵੱਲ ਨੂੰ। ਆ ਲਓ ਜੀ, ਇਹ ਮੇਰਾ ਖਿਆਲ ਨਵਾਂ ਹੀ ਕੋਈ ਚੀਜ਼ ਬਣ ਰਹੀ ਆ। ਓਕੇ, ਕਿੰਨਾ ਕੁਆਇਟ ਆ ਨਾ। ਇਟਸ ਲਾਈਕ ਸੋ ਕੁਆਇਟ। ਦੇਖੋ ਜੀ ਕਿੰਨੇ ਲਾਏ ਹੋਆ, ਤਾਂ ਮੌਜਾਂ ਹੀ ਮੌਜਾਂ, ਕਿਉਂਕਿ ਲੋਕੀ ਜ਼ਿਆਦਾ ਰੀਨੋ ਜਾ ਕੇ ਚਾਰਜ ਕਰ ਲੈਂਦੇ ਹੋਣੇ ਨਾ। ਲਓ ਜੀ, ਟੈਂਪਰੇਚਰ ਬਹੁਤ ਵਧੀਆ 19 ਡਿਗਰੀ, ਨਾ ਗਰਮੀ ਨਾ ਠੰਡ। ਤਾਂ ਲਾ ਦਿਓ ਵੀਰ ਜੀ, ਲਾ ਦਿਓ। ਠੀਕ ਹੈ ਜੀ, ਤਾਂ ਆਪਾਂ ਇੱਥੇ ਸੇਫਵੇ ਵਗੈਰਾ ਹੈਗਾ, ਉੱਥੇ ਜਾਂ ਹੋਰ ਸਟੋਰ ਆਪਾਂ ਦੇਖ ਲੈਂਦੇ ਉੱਥੇ ਖਾਣ ਲਈ ਕੁਛ ਲੈਣਾ।
ਹਾਂਜੀ ਆਪਾਂ ਖੜੇ ਹਾਂ ਟਰੱਕੀਜ਼ ਤਾਂ ਫਿਰ ਆਪਾਂ ਸੀਗਾ ਕੁਛ ਲੈ ਹੀ ਲਈਏ ਰਾਤ ਨੂੰ, ਸਾਰੀ ਰਾਤ ਫਿਰ ਡਰਾਈਵ ਵੀ ਕਰਨਾ ਆ ਤਾਂ ਇੱਕ ਵਾਰ ਲੈ ਹੀ ਲਈਏ। ਤਾਂ ਹੋਰ ਭਾਜੀ ਕੋਈ ਕਾਰਨ ਵਗੈਰਾ ਲਓ ਤਾਂ ਮੱਕੀ ਦੇ ਦਾਣੇ ਟਾਈਪ। ਦੇਖਿਆ ਨਾ ਕਿੱਡਾ ਵੱਡਾ ਸਟੋਰ ਆ ਉੱਥੇ ਤੁਹਾਡੀ, ਦੇਖਿਆ ਨਾ ਸੇਫਵੇ ਕੈਨੇਡਾ USA ਸਾਰੇ ਪਾਸੇ ਆ ਗਿਆ। ਕਿਵੇਂ ਕ੍ਰੇਪਸ ਤਾਂ ਲੈ ਹੀ ਲਓ ਭਾਜੀ, ਮੈਨੂੰ ਲੱਗਦਾ ਲੈ ਲਓ ਜਿਹੜੀ ਚੀਜ਼ ਵੀ ਕੋਲ ਪਈ ਚੀਜ਼ ਦਾ ਨੁਕਸਾਨ ਨਹੀਂ ਕੋਈ ਹੈ ਨਾ ਜੀ। ਹਾਂ ਸੋ ਜਿਹੜੇ ਕੇਲੇ ਇੱਥੇ ਮਿਲਦੇ ਆ ਜੀ ਉਹ ਵੀ ਦੱਸ ਦਈਏ ਵੀ ਜਿਹੜੇ ਕੇਲਿਆਂ ਦਾ ਕੀ ਰੇਟ ਹੁੰਦਾ ਆ। ਇਹ 1 ਪਾਉਂਡ 89 ਸੈਂਟ ਦੇ ਆ। ਤੁਸੀਂ ਆਪੇ ਹੁਣ ਆਪਣੀ ਕੈਲਕੂਲੇਸ਼ਨ ਲਾ ਲਓ ਵੀ US 89 ਸੈਂਟ ਦੇ 1 ਪਾਉਂਡ ਆ। ਤਾਂ ਭਾਜੀ ਆਹ ਦੇਖੋ, ਆਹ ਮੈਨੂੰ ਲੱਗਦਾ ਮਰੂੰਡਾ ਟਾਈਪ ਆ ਇਹ ਆ। ਦੇਖ ਲਓ ਜੀ, ਸਾਨੂੰ ਠੀਕ ਲੱਗਦਾ। ਜਿਹੜੇ ਕੋਕਾ ਕੋਲਾ ਦੇ ਤੁਸੀਂ ਦੇਖ ਲਓ ਕਿੰਨੇ ਨਹੀਂ, ਇਹ ਤਾਂ ਭਾਜੀ ਆਹੀ ਲਾਓ, ਪੂਰਾ ਸਵਾਦ ਵਾਲਾ ਹੀ ਲਾਓ, ਓਰੀਜਨਲ ਟੇਸਟ ਹੀ ਲੈਣੇ ਆ। 12 ਕੈਨ ਜਿਹੜੇ ਆ $8 ਦੇ ਆਉਂਦੇ ਇੱਥੇ। ਕਹਿੰਦੇ ਆ ਦੇਖੋ ਜੀ ਲਿਖਿਆ ਹੈ, ਕਹਿੰਦੇ ਵੀ ਜੇ ਤੁਸੀਂ 2 ਲੈਣੇ ਆ ਤਾਂ $8 ਦੇ ਆ, 1 ਲੈਣੇ ਆ ਤਾਂ $9 ਦਾ। ਸਪਰਾਈਟ ਵੀ ਲੈ ਲਓ, 1 ਲੈਣਾ ਛੋਟਾ ਲੈਣਾ ਉਹ ਲੈ ਲਓ। ਸੋ ਜਿਹੜੀਆਂ ਰੰਗ ਬਰੰਗੀਆਂ ਸੋਹਣੀਆਂ ਬਿਲਡਿੰਗਸ ਸਾਹਮਣੇ ਚਮਕਦੀਆਂ ਲਿਸ਼ਕਾਰੇ ਮਾਰਦੀਆਂ ਦਿਸਦੀਆਂ ਨੇ, ਇਹ ਬਿਲਡਿੰਗਸ ਨੇ ਰੀਨੋ ਸ਼ਹਿਰ ਦੀਆਂ। ਤੇ ਇੱਥੋਂ ਦੇ ਬਹੁਤ ਸੋਹਣਾ ਲੱਗ ਰਿਹਾ। ਬਾਕੀ ਸੁਣਿਆ ਵੀ ਆ ਕਿ ਬਹੁਤ ਸੋਹਣਾ ਆ। ਵੇਗਸ ਤੋਂ ਪਹਿਲਾਂ ਜਿਹੜਾ ਮੇਨ ਇੱਥੋਂ ਦਾ ਅਟਰੈਕਸ਼ਨ ਸੀਗੀ ਉਹ ਰੀਨੋ ਹੀ ਹੁੰਦਾ ਸੀ। ਫਿਰ ਉਸ ਤੋਂ ਬਾਅਦ ਹੁਣ ਵੇਗਸ ਇਸ ਚੀਜ਼ ਨੂੰ ਓਵਰਟੇਕ ਕਰ ਗਿਆ। ਪਰ ਇਹ ਹੈਗਾ ਛੋਟਾ ਵੇਗਸ ਹੀ ਹੈ ਜੀ। ਈਵਨ ਪਹਿਲਾਂ ਇਹ ਹੁੰਦਾ ਸੀ ਮਿਨੀ ਵੇਗਸ ਕਹਿ ਸਕਦੇ ਇਹਨੂੰ ਆਪਾਂ। ਮਿਨੀ ਵੇਗਸ ਕਹਿ ਸਕਦੇ ਆ। ਹੋਟਲ ਵੀ ਉਹੋ ਜਿਹਾ, ਸਰਕਸ ਤੁਸੀਂ ਉੱਧਰ ਦੇਖਦੇ ਹੋਣੇ ਆ। ਓਕੇ, ਹੋਟਲ ਵੀ ਉਹੋ ਜਿਹਾ ਹੀ ਆ। ਭਾਜੀ ਨੈਕਸਟ ਐਗਜ਼ੈਕਟ ਲਾ ਕੇ ਕਿੱਥੇ ਰੁਕੀਏ? ਨੰਬਰ 30 ਥੋੜਾ ਜਿਹਾ ਤੁਹਾਨੂੰ ਰੁਕਾਣੇ ਆ ਰੀਨੋ। ਆਪਾਂ ਪਹੁੰਚ ਗਏ ਨੇ। ਆਪਾਂ ਇਦਾਂ ਗੱਡੀ ਕੱਢ ਲੈਣੇ ਵਿੱਚ ਦੀ ਨਾ ਕਰਕੇ ਡਾਊਨਟਾਊਨ। ਲਓ ਜੀ। ਗੱਡੀ ਜਿਹੜੀ ਆ ਉਹ ਮੁੜ ਚੁੱਕੀ ਆ। ਅੱਛਾ ਇਹ 1 ਵੇ ਆ ਨਾ। ਵਾਓ, ਲਓ ਜੀ। ਵੈਲਕਮ ਟੂ ਸਰਕਸ। ਬੈਸਟ ਆਰਕੇਡ। ਵਾਹ ਜੀ ਵਾਹ। ਅੱਛਾ ਜੀ, ਇਹ ਇਦਾਂ ਹੈ ਤਾਂ ਫਿਰ ਵੇਗਸ ਕਿਵੇਂ ਦਾ ਹੋਊਗਾ? ਵੇਗਸ ਇਸ ਤੋਂ ਕਈ ਗੁਣਾ ਵੱਡਾ ਇਸ ਤੋਂ ਕਈ ਗੁਣਾ ਵੱਡਾ ਹੈਗਾ ਇਹ। ਅੱਛਾ ਹੈਗਾ ਇਹੀ ਚੀਜ਼ ਆ। ਸੋ ਅੱਜ ਅਸੀਂ ਵੀਕਡੇ ਆ। ਹਾਂਜੀ ਅੱਜ ਬੁੱਧਵਾਰ ਆ ਜੀ ਹਾਂਜੀ ਕਿ ਵੀਰ? ਕੀ ਦਿਨ ਆ ਵੀਰ ਜੀ? ਅੱਜ ਵੈਡਨਸਡੇ ਆ। ਸੋ ਬੁੱਧਵਾਰ ਦਾ ਦਿਨ ਹੈ ਤੇ ਉਹਦੇ ਕਰਕੇ ਥੋੜਾ ਜਿਹਾ ਜਿਹੜੀਆਂ ਨੇ ਸੜਕਾਂ ਨੇ ਖੁੱਲੀਆਂ ਡੁੱਲੀਆਂ ਨੇ। ਅੱਜ ਜਗ੍ਹਾ ਥੋੜੀ ਜ਼ਿਆਦਾ ਆ, ਉਹਦੇ ਲੋਕ ਨਹੀਂ ਹੈਗੇ ਵੀਕਐਂਡ ਦੇ ਉੱਤੇ ਕਿਉਂਕਿ ਸਮਰ ਆ। ਰਸ਼ ਆਬਵੀਅਸਲੀ ਹੋਊਗਾ ਹੀ ਹੋਊਗਾ। ਓ ਐਲਡੋਰਾਡੋ, ਅਸੀਂ ਇੱਕ ਐਲਡੋਰਾਡੋ ਹਿਲਸ ਰਹਿ ਕੇ ਆਏ ਆ ਤੇ ਅਨਦਰ ਐਲਡੋਰਾਡੋ। ਇੱਥੋਂ ਲੈਫਟ ਹੋ ਕੇ ਦੇਖੀਏ, ਲੈਫਟ ਹੋਈਏ ਤਾਂ ਲੈਫਟ ਕਰ ਲਓ। ਨਹੀਂ ਅਸੀਂ ਕਹਾਂ ਅੱਛਾ, ਅਰੇ ਕੀ ਬਾਤ। ਇੱਧਰ ਵਾਪਸ ਆਇਆ ਜਾਵੇਗਾ। ਟੈਸਲਾ ਚਾਰਜਰ ਵੀ ਬਹੁਤ ਵਧੀਆ। ਹਾਂ, ਐਲਡੋਰਾਡੋ। this is the Eldorado। क्या बात, सोना। Okay, the biggest little city in the world। Can we go right? ਅੱਛਾ ਇਹਦੀ ਗੱਲ ਕਰਦੇ ਸੀ ਆਪਾਂ ਜਾ ਸਕਦੇ ਹਾਂ ਇੱਥੋਂ? ਰਾਈਟ ਕਰੀਏ I think। ਥੋੜਾ ਕਰਕੇ ਦੇਖਨੇ ਗੱਡੀ ਕਿਹੜੇ ਰੋਕਿਆ। ਹਾਂਜੀ ਨਹੀਂ ਜਾ ਸਕਦੇ ਬਿਲਕੁਲ, ਕੋਈ ਲਓ ਜੀ। ਕੋਈ ਰੋਕ ਟੋਕ ਨਹੀਂ ਹੈਗੀ ਜੀ। ਹਾਂ Let me guess some। ਵਾਓ। ਬੰਦਾ ਲੰਘ ਜੇ ਤੇ ਕੁਝ ਪਤਾ ਨਹੀਂ ਚੱਲਦਾ। ਥੋੜਾ ਜਿਹਾ ਇੱਧਰ ਆ ਜਾਵੇ। ਤੁਸੀਂ ਦੇਖੋ ਕੁਝ ਵੀ ਹੈ ਨਹੀਂ ਭਾਜੀ ਆਪਾਂ ਲੈਫਟ ਹੀ ਹੋ ਜਾਈਏ। ਲੈਫਟ ਹੋ ਜਾਈਏ। ਆ ਕਿਹੜਾ ਹੈ ਜੀ? ਇਹ ਕੀ ਹੈ ਜੀ? ਕੈਲਨੇਵਾ। ਅੱਛਾ, ਕਿਤੇ ਪਾਰਕ ਲਾ ਕੇ ਚੱਲੀਏ ਅੰਦਰ?
ਸਾਡੇ ਨਾਲ ਤੁਸੀਂ ਵੀ ਘੁੰਮ ਰਹੇ ਹੋ। ਸੋਹਣਾ, ਬਹੁਤ ਵਧੀਆ ਲੱਗਦਾ। ਆਹ ਏਰੀਆ ਵਾਈਜ਼ ਤੇ ਬਹੁਤ ਮਤਲਬ ਵਧੀਆ ਕੰਟਰੋਲਡ ਜੀ ਜਗ੍ਹਾ ਹੈ ਨਾ, ਬਹੁਤ ਵੱਡਾ ਫੈਲਿਆ ਨਹੀਂ, ਮਤਲਬ ਬੰਦਾ ਘੁੰਮ ਫਿਰ ਸਕਦਾ ਇੱਕ ਦਿਨ ਦੇ ਵਿੱਚ ਵਧੀਆ। ਸਮਾਂ 10:15 ਵੱਜ ਚੁੱਕੇ ਨੇ ਰਾਤ ਦੇ ਤੇ ਟੈਂਪਰੇਚਰ 26 ਡਿਗਰੀ। ਆਪਾਂ ਲੈਫਟ ਹੋਵਾਂਗੇ। ਇੱਧਰਲੇ ਬੰਨੇ ਜਵਾਨੀ ਖੇਡਾਂ ਖੇਡ ਰਹੀ ਹੈ। ਅਸੀਂ ਹੁਣ ਲੈਫਟ ਲਵਾਂਗੇ ਇਥੋਂ। ਓ ਦਿਖਾਤਾ ਰੀਨੋ। ਲਓ ਜੀ, ਰੀਨੋ ਦੇਖ ਵੀ ਲਿਆ। ਦੀਪਿੰਦਰ ਭਾਜੀ ਤੁਸੀਂ ਵੀ ਪਹਿਲੀ ਵਾਰੀ? ਸੋ ਮੈਂ ਤੇ ਦੀਪਿੰਦਰ ਭਾਜੀ ਸਣੇ ਤੁਹਾਡੇ ਸਾਰਿਆਂ ਚੋਂ ਬਹੁਤਿਆਂ ਦੇ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ, ਤੇ ਤੁਸੀਂ ਭਾਜੀ ਪਹਿਲਾਂ ਵੀ ਦੇਖਿਆ ਹੋਇਆ ਅਮਨ ਭਾਜੀ, ਤੇ ਸਣੇ ਕੁਝ ਕੁ ਹੋਰ ਲੋਕਾਂ ਨੇ ਵੀ ਪਹਿਲਾਂ ਦੇਖਿਆ ਹੋਊਗਾ, ਪਰ ਬਹੁਤਿਆਂ ਨੇ ਨਹੀਂ ਦੇਖਿਆ ਹੋਊਗਾ। buy and loan on firearms। ਅਰੇ ਵਾਹ, ਅੱਛਾ guns ਦੇ ਅਗੇਂਸਟ ਲੋਨ ਕਰ ਸਕਦੇ। ਆਪਾਂ ਇੱਧਰ ਲੈਫਟ ਜਾਣਾ ਸੀਗਾ। ਕਮਾਲ। ਇਹ ਆ ਜੀ ਰੀਨੋ ਜਿਹੜਾ ਤੁਹਾਨੂੰ ਦਿਖਾਇਆ। ਤਾਂ ਹੁਣ ਆਪਾਂ ਸਿੱਧੇ ਪਹੁੰਚਣਾ ਆ ਸ਼ਿਕਾਗੋ ਵਾਲੀ ਸਾਈਡ ਤੇ, ਤਾਂ ਫਿਰ ਅੱਗੇ ਜਾ ਕੇ ਫਿਰ ਤੁਹਾਨੂੰ ਕੁਝ ਦਿਖਾਉਂਦਾ ਲੱਗ ਰਿਹਾ। ਸੋ ਸਾਡੀ ਜਾ ਰਹੀ ਹੈ ਜੀ ਗੱਡੀ ਸ਼ੂਟ ਦੀ। ਪਹਿਲਾਂ ਤੁਹਾਨੂੰ ਮੈਂ ਸਮਾਂ ਦਿਖਾਵਾਂ ਕਿ ਰਾਤ ਦੇ ਲੱਭਦਾ ਜੀ 11:35, 28 ਡਿਗਰੀ ਟੈਂਪਰੇਚਰ ਆ, ਤੇ ਲਈ ਜਾ ਰਹੀ ਆ ਤੇ ਅਸੀਂ ਜਾਈ ਜਾ ਰਹੇ ਹਾਂ। ਚਮਕੜਾ ਵੱਜਾ ਹੋਇਆ ਇੱਧਰ। ਕੁਝ ਨਹੀਂ ਕਰਨਾ। ਸਾਨੂੰ ਨਾ ਇੱਕ ਚੀਜ਼, ਇਹ ਡਰਾਈਵਰ ਸੀਟ ਵੀ ਇਸ ਹਾਈਵੇ ਤੇ ਤਾਂ ਇਦਾਂ ਹੈ ਜਿੱਦਾਂ ਸਿਕਿਉਰਿਟੀ ਗਾਰਡ ਦੀ ਸੀਟ ਹੁੰਦੀ ਹੈ। ਕੁਝ ਨਹੀਂ ਕਰਨਾ, ਸਿਰਫ ਸਿਕਿਉਰਿਟੀ ਕਰਨੀ ਆ। ਸੋ ਇਹ ਹਾਈਵੇ 80 ਆ ਜੀ, ਸਿੱਧਾ ਸਾਨੂੰ ਸ਼ਿਕਾਗੋ ਲੈ ਕੇ ਜਾਊਗਾ ਤੇ ਫਿਰ ਉਸ ਤੋਂ ਅੱਗੇ ਨਿਊਯਾਰਕ। ਪਰ ਕੋਈ ਵੀ ਨਹੀਂ, ਮਤਲਬ ਕਿਤੇ ਤੁਹਾਡਾ ਕਰੂਜ਼ ਟੁੱਟਦਾ ਹੀ ਨਹੀਂ। ਤੁਸੀਂ ਆਹ ਦੇਖੋ ਵੀ 80 ਦੀ ਸਪੀਡ ਆ ਇੱਥੇ, ਸਪੀਡ ਲਿਮਿਟ ਤੇ ਅਸੀਂ 81 ਦੇ ਜਿਹੜਾ ਕਰੂਜ਼ ਲਾਇਆ। 130 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਬਣਦੀ ਆ। ਔਰ ਇਹਦਾ ਮਤਲਬ ਹੈ 130 ਕਿਲੋਮੀਟਰ ਤੇ 130 ਕਿਲੋਮੀਟਰ। ਹਾਂ। ਤੁਸੀਂ ਉਹ ਦੇਖੋ ਟਰੱਕ ਹੈ, ਕਦੇ ਕਦੇ ਲੈ ਨਹੀਂ ਮਾੜੀ ਇਹ ਚੀਜ਼ ਕਰਨੀ। ਹਾਂ, ਬਸ ਇੰਨਾ ਕੁ ਕੰਮ ਆ। ਟਰੱਕ ਹੋਰ ਮਤਲਬ ਜਾਗਦੇ ਰਹੋ ਵਾਲਾ ਕੰਮ ਹੀ ਆ ਨਾ। ਹਾਂ, ਤੇ ਦੇਖ ਲਓ ਜੀ ਐ ਕਰਕੇ ਫਿਰ ਉਹਨੂੰ ਲਾਈਨ ਚੇਂਜ ਕਰ ਲਈ, ਫਿਰ ਦੁਬਾਰਾ ਲਾਤਾ। ਰਾਈਟ। ਤੇ ਬਿਲਕੁਲ ਠੀਕ ਆ। ਆਪ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਹਾਰਡ ਵਰਕ, ਸੌਖਾ ਕੰਮ ਹੈ। ਕਿੰਨਾ ਮਿਹਨਤ ਕਰਨੀ ਪੈ ਰਹੀ ਹੈ। ਇਹ ਅਸਲ ਚ ਔਖਾ ਕੰਮ ਹੈ ਨਿਗਰਾਨੀ ਦੇਣਾ। ਪਰ ਜਿਹੜਾ ਹਾਈਵੇ ਹੈ ਨਾ, ਹਾਂਜੀ ਹਾਈਵੇ ਆਰ ਇਟਸ ਸੋ ਅਮੇਜ਼ਿੰਗ। ਹਾਂਜੀ ਤੁਸੀਂ ਆਪ ਦੇਖੋ ਜੀ, ਇਹ ਕੋਈ ਮੋੜ ਨਹੀਂ, ਕੋਈ ਖੇਡ ਨਹੀਂ, ਕੋਈ ਕੁਛ ਨਹੀਂਗਾ। ਬਿਲਕੁਲ ਜੀ। ਉੱਚਾ ਨਹੀਂ, ਨੀਵਾਂ ਨਹੀਂ, ਔਰ ਇੰਨਾ ਆਟੋ ਪਾਇਲਟ ਇੰਨਾ ਵਧੀਆ ਆ। ਪਿੱਛੇ ਆਪਾਂ ਡਿਸਕਸ ਕਰਦੇ ਸੀ ਵੀ ਹਵਾ ਨਾਲ ਕਾਰ ਨੂੰ ਧੱਕ ਵੀ ਵੱਜਦੀ ਸੀ, ਆਪਣੇ ਆਪ ਆਪਣੇ ਆਪ ਸਿੱਧੀ ਹੋ ਜਾਂਦੀ। ਮਤਲਬ ਟੱਚ ਕਰਨ ਕੁਛ ਵੀ ਕਰਨ ਦਾ ਲੋੜ ਨਹੀਂ। ਸੋ ਇਦਾਂ ਟਾਵਾਂ ਟਰੱਕ ਹੁੰਦਾ ਜੀ ਕਿੰਨੀ ਦੇਰ ਬਾਅਦ। ਹਾਂਜੀ ਇਹਨਾਂ ਕੋਈ ਗੱਡੀ ਆ ਜਾਂਦੀ, ਜੇ ਬਹੁਤ ਗੱਡੀ ਜ਼ਿਆਦਾਤਰ ਟਰੱਕ ਹੀ ਨੇ, ਤੇ ਉਹਨਾਂ ਨੂੰ ਥੱਬੀ ਜੀ ਲਾਈਨ ਚ ਪਾ ਕੇ ਕੱਟ ਦੋ, ਫਿਰ ਦੁਬਾਰਾ ਲਿਆ ਕੇ ਜਿਹੜਾ ਆ ਉਹ ਸੱਜੀ ਲਾਈਨ ਚ ਪਾ ਲਓ, ਤਾਂ ਕਿ ਜੇ ਹੋਰ ਕਿਸੇ ਨੇ ਕੱਟਣਾ ਹੋਏ ਤਾਂ ਕੱਟ ਲੂਗਾ। ਸੋ ਅਸੀਂ ਇਹ ਸਫ਼ਰ ਹੁਣ ਤਕਰੀਬਨ ਸਾਰੀ ਰਾਤ ਹੀ ਅੱਜ ਕਰਾਂਗੇ। ਵਾਰੀ ਸਿਰ ਅਸੀਂ ਜਿਹੜਾ ਹੈ ਡਰਾਈਵਰ ਸੀਟ ਤੇ ਆਈ ਜਾਵਾਂਗੇ। ਮੈਂ ਹੁਣ 2 ਘੰਟੇ ਲੱਕ ਸਿੱਧਾ ਕਰਨ ਲੱਗਾ ਆ। ਕਰੋ ਜੀ। ਤੇ ਉਸ ਤੋਂ ਬਾਅਦ ਜਦੋਂ ਅਗਲੀ ਥਾਂ ਤੇ ਆਪਾਂ ਨਾਲੇ ਗੱਡੀ ਚਾਰਜ ਹੋ ਜੂਗੀ, ਨਾਲੇ ਵਾਸ਼ਰੂਮ ਵਗੈਰਾ ਕੁਝ ਕਾਫੀ ਲਈ ਜਾਊਗੀ, ਤੇ ਨਾਲੇ ਅਸੀਂ ਜਿਹੜੀ ਆਪਣੀ ਸ਼ਿਫਟ ਆ ਉਹ ਚੇਂਜ ਕਰ ਲਾਂਗੇ। ਸੋ ਟੀਮ ਦੇ ਵਿੱਚ ਅੱਜ ਸਾਡੀ ਗੱਡੀ ਚੱਲੂਗੀ, ਜਿੱਦਾਂ ਟੀਮ 'ਚ ਟਰੱਕ ਚਲਾਉਂਦੇ ਸੀ, ਤੇ ਹੌਲੀ ਕਰਕੇ ਅਸੀਂ ਪੈਂਡੇ ਜਿਹੜੇ ਆ ਉਹ ਲਾਉਂਦੇ ਜਾਵਾਂਗੇ। ਫਿਰ ਜਦੋਂ ਹੁਣ ਲੋ ਜੀ, ਟਾਈਮ ਮੇਰਾ ਖਿਆਲ 12 ਵੱਜ ਗਏ ਰਾਤ ਦੇ। ਸਾਡੇ ਦੋਏ ਪਾਰਟਨਰ ਸੁੱਤੇ ਪਏ। 12:40 ਹੋ ਗਿਆ, ਪਰ ਅਸੀਂ ਇਸ ਵੇਲੇ ਚਾਰਜ ਕਰ ਰਹੇ ਹਾਂ। ਗੱਡੀ ਹੈਗੀ ਆ ਰੀਨੋ ਤੋਂ ਮੇਰੇ ਖਿਆਲ 150 ਮਾਈਲ, 2.5 ਘੰਟੇ ਹਾਈਵੇ 80 ਤੇ ਮੈਨ ਵਾਂਕਾ ਕੁਛ ਇਹੋ ਜਿਹਾ ਸ਼ਹਿਰ। ਸੋ I-80 ਤੇ। ਸੋ ਇੱਥੇ ਆਪਾਂ ਨੂੰ 15-20 ਮਿੰਟ, ਮੇਰੇ ਖਿਆਲ 25 ਮਿੰਟ ਦੇ ਵਿੱਚ ਚਾਰਜ ਹੋ ਜਾਊਗੀ। ਜਿੱਦਾਂ ਕਿ ਅਸੀਂ ਅੱਜ ਰਾਤ ਡਰਾਈਵਿੰਗ ਕਰਨੀ ਆ, ਸੁੱਤੇ ਪਏ ਨੇ। ਸੋ ਮੈਂ ਨਹੀਂ ਠਾਲਾਂਗਾ ਉਹਨਾਂ ਨੂੰ, ਕਿਉਂਕਿ ਜਦੋਂ ਫਿਰ ਦਿਨ ਚੜੂਗਾ ਫਿਰ ਜੋਗਰਾਜ ਡਰਾਈਵ ਕਰ ਲਊਗਾ। ਲਓ ਜੀ, ਕਾਫੀ ਐਂਡ
ਸਨੀਕਰ ਲੈ ਲਿਆ ਜੀ। ਇਹ ਟਰੱਕ ਸਟਾਪ ਆ, ਤੁਹਾਨੂੰ ਦਿਖਾਉਂਦੇ ਆ। ਫਲਾਈਂਗ ਜੇ ਇੱਧਰ ਸਾਰੇ ਪਿੱਛੇ ਟਰੱਕ ਲੱਗੇ ਹੋਆ 24 ਆਵਰਸ ਖੁੱਲੇ ਰਹਿੰਦੇ ਆ। ਤਾਂ ਸਾਹਮਣੇ ਜਿਹੜਾ ਸੀਗਾ ਟੈਸਲਾ ਦਾ ਚਾਰਜਰ ਸੀ। ਸ਼ਹਿਰ ਦਾ ਨਾਂ ਸੀ ਵਾਈਨ ਮੋਕਾ ਆ ਗਿਆ ਯਾਦ। ਸੋ ਉਧਰ ਚਾਰਜਰ ਸਾਡੇ ਸਹਿਯੋਗੀ ਦੋਏ ਰੈਸਟ ਕਰ ਰਹੇ ਨੇ। ਤਾਂ ਪਰ ਬਹੁਤ ਸੋਹਣਾ ਮੌਸਮ, ਬੜਾ ਵਧੀਆ 24 ਡਿਗਰੀ ਆ ਐਂਡ 1 o'clock ਹੋ ਗਿਆ। ਲਓ ਜੀ, ਦੀਪ ਭਾਜੀ ਉੱਠ ਖੜੇ ਨੇ। ਮੈਂ ਗੱਡੀ ਕੋਲ ਆਇਆ ਸੀ, ਕਿਹਾ ਭਾਜੀ ਦੇਖੀ ਮੌਸਮ ਕਿੰਨਾ ਵਧੀਆ, ਠੰਡ ਲੱਗ ਰਹੀ ਹੈ। ਠੰਡ ਹਾਂ 24 ਡਿਗਰੀ ਇੰਨੀ। ਤਾਂ ਵਾਸ਼ਰੂਮ ਤਾਂ ਨਹੀਂ ਆਣਾ? ਮੈਂ ਹਾਂ ਵੀ ਵਾਸ਼ਰੂਮ ਜੇ ਅਸਲੀ ਵਾਸ਼ਰੂਮ ਜਾਣਾ ਤਾਂ ਫਲਾਈਂਗ ਜੇ ਆ, ਜੇ ਇੰਡੀਆ ਸਟਾਈਲ ਜਾਣਾ ਤਾਂ ਕਿਤੇ ਵੀ ਆ ਸਕਦੇ। ਨਹੀਂ ਉਹ ਸਾਹਮਣੇ ਫਲਾਈਂਗ ਜੇ ਆ। ਕਾਫੀ ਵਗੈਰਾ ਜੇ ਕੁਛ ਲੈਣੀ ਤਾਂ ਲੈ ਲਿਓ, ਜਾਂ ਮੈਂ ਦੇਖਦਾ ਜੇ ਉੱਥੋਂ ਤੁਹਾਨੂੰ ਪਿਕ ਕਰ ਲੈਣਾ। ਜੇ ਫੁੱਲ ਕਿੰਨੇ % ਹੋ ਗਏ? ਓਕੇ ਠੀਕ ਹੈ ਜੀ, ਜਾਓ ਤੁਸੀਂ ਉੱਥੇ। ਓਕੇ ਜੀ, ਲਓ ਜੀ। ਦੂਸਰੇ ਜੋਗਰਾਜ ਜੀ ਤਾਂ ਜੇ ਸੋਏ ਪੜੇ ਨੇ, ਕਿਉਂਕਿ ਰਾਤ ਨੂੰ ਅਗੇਨ ਸਫ਼ਰ ਬਹੁਤ ਜ਼ਿਆਦਾ ਨਿਬੜਦਾ ਆ, ਕਿਉਂਕਿ ਸ਼ਾਂਤੀ ਹੁੰਦੀ ਆ। ਦੇਖੀਏ ਕਿੰਨੀ ਹੋਵੇ ਚਾਰਜ। 256 ਮੀਲ ਹੋ ਗਈ ਆ। ਕਿੰਨੇ %? 78% ਹੋ ਗਿਆ। ਜਦੋਂ ਦੀਪ ਅੰਦਰ ਭੱਜ ਗਿਆ ਫਿਰ ਲਓ ਜੀ, ਟਾਈਮ ਇਸ ਵੇਲੇ ਹੋ ਗਿਆ 3:23 ਦਾ। ਐਂਡ ਹੁਣ ਆਪਾਂ ਸਫ਼ਰ ਬਹੁਤ ਮੁਕਾ ਲਿਆ। 130 ਕਿਲੋਮੀਟਰ ਦੀ ਸਪੀਡ ਤੇ ਆਟੋ ਪਾਇਲਟ ਲੱਗਾ। ਤੁਸੀਂ 3 ਘੰਟਿਆਂ 'ਚ 400 ਕਿਲੋਮੀਟਰ ਨਿਕਲ ਜਾਂਦਾ ਆ। ਤਾਂ ਰਾਹ ਦੇਖੋ ਕਿੰਨਾ ਕੁਆਇਟ ਆ। ਤੁਸੀਂ ਗੱਡੀ ਦਾ ਕਰੂਜ਼ ਲਾਇਆ, ਆਟੋ ਪਾਇਲਟ ਲੱਗਾ ਆ। ਐਂਡ ਸਫ਼ਰ ਜਿੱਦਾਂ ਮੈਂ ਸੋਚਿਆ ਸੀਗਾ ਵੀ ਸਾਲਟ ਲੇਕ ਸਿਟੀ ਦਿਨ ਚੜ੍ਹਦੇ ਨੂੰ ਆਪਾਂ ਪਹੁੰਚ ਜਾਵਾਂਗੇ, ਬਿਲਕੁਲ ਉਸੇ ਤਰ੍ਹਾਂ ਆ। ਲਓ ਜੀ, ਆ ਗਿਆ ਆਪਣਾ ਐਗਜ਼ਿਟ। ਆਪਣੇ ਕੋਲ ਜਿਹੜੀ ਰੇਂਜ ਬਚਦੀ ਆ ਸਿਰਫ 17 ਮਾਈਲਸ। ਹੁਣ ਇੱਥੇ ਆ ਕੇ ਆਪਾਂ ਟੈਸਲਾ ਦੇ ਚਾਰਜਰ ਕਰਨ ਲੱਗੇ ਆ। ਐਗਜ਼ਿਟ ਪਹਿਲੇ ਨਹੀਂ ਦੱਸਦੇ ਸਹੀ ਵੀ 352 ਲੈ ਕੇ ਇੱਥੇ ਆਪਾਂ ਚਾਰਜ ਕਰੀਏ। ਔਰ ਆਪਾਂ ਬੈਲਸ ਸ਼ਹਿਰ ਦੇ ਵਿੱਚ ਪਹੁੰਚ ਵੀ ਗਏ ਆ, 3:45 ਹੋਏ ਨੇ। ਆਹ ਦੇਖੋ ਕਿੱਡਾ ਵੱਡਾ ਟਰੱਕ ਸਟਾਪ। ਟਾਈਮ 1 ਘੰਟਾ ਘੜੀਆਂ ਤੇ ਅੱਗੇ ਹੋ ਗਿਆ। ਤਾਂ ਵੈਨਕੂਵਰ ਅਜੇ 5:38 ਹੋਏ ਆ ਤੇ ਇੱਥੇ 6:38 ਹੋ ਗਿਆ। 7:05 ਹੋ ਗਏ ਨੇ। ਇੱਥੇ ਸਨਰਾਈਜ਼ ਉੱਥੋਂ ਚੜ੍ਹਨ ਵਾਲਾ ਆ। ਤਾਂ ਆਸੇ ਪਾਸੇ ਬਿਲਕੁਲ ਖੁਸ਼ਕ ਪਹਾੜ ਨੇ। ਵੈਸੇ ਪੱਧਰ ਸਨੇ
ਅਸੀਂ ਸਾਲਟ ਲੇਕ ਸਿਟੀ ਤਾਂ ਯੂਟਾ ਗੂਗਲ ਤੇ ਸਰਚ ਮਾਰੀ ਵੀ ਇੱਥੇ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਭਈ ਜਾ ਕੇ ਦੇਖ ਕੇ ਆਈਏ ਨਾਲੇ ਸਾਰਿਆਂ ਨੂੰ ਦਿਖਾਈਏ। ਜੋਗਰਾ ਚ ਕਿੰਨੀ ਦੂਰ ਰਹਿ ਗਏ ਹੁਣ ਆਪਾਂ? ਅਸੀਂ ਆਲਮੋਸਟ ਅੱਧਾ ਹਾਫ ਮਾਈਲ ਅੱਛਾ ਜੀ, 1 ਮਿੰਟ ਦੇ ਵਿੱਚ ਪਹੁੰਚ ਜਾਵਾਂਗੇ। ਸਿੱਖ ਟੈਂਪਲ ਆਫ ਯੂਟਾ ਆਈ ਥਿੰਕ ਇੱਕ ਇੱਥੋਂ ਦਾ ਗੁਰਦੁਆਰਾ ਹੈ ਠੀਕ ਹੈ ਜੀ। ਤੇ ਬਹੁਤ ਜ਼ਿਆਦਾ ਆਬਾਦੀ ਨਹੀਂ ਲੱਗਦੀ ਹੋਊਗੀ ਇੱਥੇ। ਬਾਕੀ ਜਾ ਕੇ ਗੁਰਦੁਆਰਾ ਸਾਹਿਬ ਪਤਾ ਕਰਦੇ ਹਾਂ ਆਪਣਾ ਕਿਆ ਸੀਗਾ। ADV ਅੱਛਾ ਹੈ, ਇੱਥੇ ਚਲਾ ਸਕਦੇ ADV ਰੋਡ ਤੇ? ਉਹਦੇ ਉੱਤੇ ਲਈ ਕਰਦੇ ਨਾ। ਹਾਂਜੀ 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 ਆ ਮੈਂ ਅੱਗੇ ਵੀ ਦੇਖਿਆ ਪਿੱਛੇ ਵੀ ਇੱਧਰ ਹੋਣਾ ਨਾ ਤੇ ਹਾਂ। ਸਾਲਟ ਲੇਕ ਸਿਟੀ ਦੇ ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜੀ। ਨਿੱਘਾ ਜਿਹੜਾ ਤੁਹਾਡਾ ਖਾਸ ਤੌਰ ਤੇ ਸਵਾਗਤ। ਅਸੀਂ ਸ਼ਹਿਰ ਚੋਂ ਲੰਘਦੇ ਗੁਰੂ ਘਰ ਦੇ ਦਰਸ਼ਨ ਕਰਨ ਆਏ ਸੀ, ਪਰ ਮੈਨੂੰ ਲੱਗਦਾ ਸੰਗਤ ਥੋੜੀ ਹੋਣ ਕਰਕੇ ਲਿਮਟਿਡ ਟਾਈਮਿੰਗਸ ਜਿਹੜੀਆਂ ਰੱਖੀਆਂ ਗਈਆਂ ਨੇ ਤੇ ਹੁਣ ਗੁਰਦੁਆਰਾ ਸਾਹਿਬ ਬੰਦ ਦਿਖਾਇਆ ਜਾ ਰਿਹਾ ਕਿ 1:45 ਦਾ ਸਮਾਂ ਉੱਥੇ ਮੇਰੇ ਖਿਆਲ ਬਣਿਆ ਹੈ ਕਿ ਉਹਨੇ ਕੁਝ ਵਾਪਸ ਆਉਣਗੇ ਕਿ ਜਾਂ ਫਿਰ ਜਲਦੀ ਥੋੜੇ ਚਿਰ ਬਾਅਦ ਆਉਣਗੇ ਤੇ ਸੰਗਤ ਸ਼ਾਇਦ ਥੋੜੀ ਹੋਣੀ ਇਸੇ ਕਰਕੇ। ਫਿਰ ਕਦੀ ਲੰਘਦੇ ਆਉਂਦੇ ਸਬੱਬ ਬਣਿਆ ਤੇ ਜ਼ਰੂਰ ਗੁਰੂ ਘਰ ਦੇ ਅੰਦਰੋਂ ਅਸੀਂ ਦਰਸ਼ਨ ਮੇਲੇ ਕਰਕੇ ਜਾਵਾਂਗੇ। ਇਸ ਵਾਰੀ ਹੁਣ ਯਾਤਰਾ ਦੇ ਵਿੱਚ ਮੈਨੂੰ ਲੱਗਦਾ ਕਿ ਇੱਥੇ ਸਾਥ ਦੇਣਾ ਹੀ ਹੋਣਾ। ਹੁਣ ਅਸੀਂ ਆਪਣੀ ਯਾਤਰਾ ਅੱਗੇ ਤੋਰਦੇ ਹਾਂ ਤੇ ਇੱਕੋ ਇੱਕ ਗੁਰਦੁਆਰਾ ਸਾਹਿਬ ਆ ਸਾਲਟ ਲੇਕ ਦਾ, ਜਿਹੜਾ ਇਹ ਸਿੱਖ ਟੈਂਪਲ ਆਫ ਯੂਟਾ ਹੈ ਗੁਰਦੁਆਰਾ ਸਾਹਿਬ। ਤੇ ਪਰ ਬਹੁਤ ਵਧੀਆ ਜੋਗਰਾ, ਬਹੁਤ ਵਧੀਆ ਬਿਲਡਿੰਗ ਜਿਹੜੀ ਆ ਬਹੁਤ ਵਧੀਆ, ਸੋਹਣਾ ਮਾਹੌਲ ਲੱਗਾ। ਪਾਰਕਿੰਗ ਬੜੀ ਸੋਹਣੀ ਆ, ਮਤਲਬ ਦੇਖਿਆ ਜਾਵੇ ਬਹੁਤ ਹੀ ਸੋਹਣਾ ਕਲੀਨ ਅਪ ਕਿੰਨੀ ਵਧੀਆ ਨਾ, ਉਹ ਕਿੰਨਾ ਸੋਹਣਾ ਡੈਕੋਰੇਟ ਕੀਤਾ ਹੈ ਬਾਹਰੋਂ। ਸੋ ਸਾਡੀ ਯਾਤਰਾ ਜਿਹੜੀ ਅਸੀਂ ਸੈਕਰਾਮੈਂਟੋ ਤੋਂ ਸੈਨ ਫਰਾਂਸਿਸਕੋ ਤੋਂ ਸ਼ੁਰੂ ਕੀਤੀ ਸੀ ਉਹ ਚੱਲਦੀ ਜਾ ਰਹੀ ਆ। ਵਿਓਮਿੰਗ ਸਟੇਟ ਦੇ ਵਿੱਚੋਂ ਦੀ ਅਸੀਂ ਇਸ ਵਕਤ ਲੰਘ ਰਹੇ ਹਾਂ। ਬਹੁਤ ਸੋਹਣਾ ਸੂਬਾ ਆ, ਖੁੱਲਾ ਡੁੱਲਾ ਤੇ ਉੱਦਾਂ ਵੈਸੇ ਹਰਿਆ ਭਰਿਆ ਨਹੀਂ ਕਹਿ ਸਕਦੇ ਕਿਉਂਕਿ ਕਾਫੀ ਰੁੱਖੇ ਜਿਹੇ ਆ, ਆਸਾ ਪਾਸਾ ਜਿਹਾ ਰੇਤਲਾ ਤੇ ਹੋਰ ਐਵੇਂ ਦੀਆਂ ਚੀਜ਼ਾਂ। ਤੇ ਆਹ ਦੇਖੋ ਸਾਡੀ ਇਸ ਵਕਤ ਆਪਾਂ ਤਕਰੀਬਨ ਜਿਹੜਾ ਆ 60 ਮਾਈਲ ਦੀ ਸਪੀਡ ਤੇ ਜਾ ਰਹੇ ਹਾਂ। ਹੌਲੀ ਇਸ ਕਰਕੇ ਹੋਏ ਆ ਕਿ ਉਹ ਦੇਖੋ ਅਗਲੇ ਬੰਨੇ ਟਰੱਕ ਬੈਕ ਹੀ ਭਜਾਈ ਜਾਂਦਾ ਕੋਈ ਜਾਣਾ। ਅਸੀਂ 60 ਮੀਲ ਤੇ ਸਿੱਧਾ ਜਾ ਰਹੇ ਹਾਂ, ਅਗਲਾ 60 ਮੀਲ ਤੇ ਬੈਕ ਭਜਾਈ ਜਾ ਰਿਹਾ। ਤੋ ਇਹ ਜਿਹੜਾ ਟਰੱਕ ਨੂੰ ਟੋ ਕਰਕੇ ਲੈ ਕੇ ਜਾ ਰਹੇ ਆ ਤੇ ਵੇਖਣ ਨੂੰ ਇਦਾਂ ਭੁਲੇਖਾ ਪੈਂਦਾ ਵੀ ਜਿੱਦਾਂ ਟਰੱਕ ਬੈਕ ਜਾਂਦਾ ਹੋਏ ਵੀ ਇਕੱਠਾ ਹੀ ਡਰਾਈਵਰ ਹੁੰਦੇ ਨਾ ਕਿ ਜਿਹੜੀ ਤੇਜ਼ ਉਹ ਬੈਕ ਹੀ ਨਹੀਂ ਤੇਜ਼ ਲੈ ਜਾਂਦੇ ਆ। ਸੋ ਇਹ ਇਸ ਵਕਤ ਤੁਸੀਂ ਵਿਓਮਿੰਗ ਦੇ ਜਿਹੜੇ ਆ ਦ੍ਰਿਸ਼ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਓਮਿੰਗ ਦੀਆਂ। ਤੇ ਗੱਡੀ ਸਾਡੀ ਬਾਕੀ ਜਿੰਦਾਬਾਦ ਹੈ, ਪੂਰਾ ਐਨ ਨਜ਼ਾਰੇ ਨਾਲ ਜਾ ਰਹੀ ਹੈ ਤੇ ਸੋਹਣਾ ਦਿਨ ਲੱਗਾ। 27 ਡਿਗਰੀ ਟੈਂਪਰੇਚਰ ਆ, ਦਿਨ ਦੇ 12 ਵੱਜ ਗਏ ਆ ਤੇ ਕੱਲ ਦੇ ਲਗਾਤਾਰ ਹੀ ਸਾਡਾ ਜਿਹੜਾ ਸਫ਼ਰ ਆ ਉਹ ਚੱਲਦਾ ਜਾ ਰਿਹਾ। ਹੁਣ ਅਸੀਂ 14 ਮਿੰਟ ਬਾਅਦ ਜਿਹੜਾ ਆ ਉਹ ਇੱਕ ਬ੍ਰੇਕ ਮਾਰਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਬੜੇ ਹੀ ਡਿਫਰੈਂਟ ਜਿਹੇ ਤਰੀਕੇ ਦੇ ਪਹਾੜ ਨੇ, ਪਹਾੜ ਤੇ ਦੇਖੇ ਪਰ ਆ ਵਿਊਮਿੰਗ ਵਾਲੇ ਪਹਾੜ ਵੀ ਅਲੱਗ ਹੀ ਨੇ, ਡਿਫਰੈਂਟ ਹੀ ਆ। ਇਹ ਭਾਜੀ ਰੇਤਲੀ ਹੋਣਗੇ, ਰੇਤਲੇ ਤਾਂ ਕਰਕੇ ਕਿਵੇਂ ਨੇ? ਇਹ ਬਿਲਕੁਲ ਹੀ ਡਿਫਰੈਂਟ ਜਿਹੀ ਆ। ਉਹ ਸਾਹਮਣੇ ਜਿੱਦਾਂ ਹਾਂਜੀ ਇਹ ਇਨਫੋਰਮੇਸ਼ਨ ਸੈਂਟਰ 89 ਆਗੇ ਨੈਸ਼ਨਲ ਪਾਰਕ ਵੀ ਐਕਸਪੀਡੀਸ਼ਨ ਨੈਸ਼ਨਲ ਹਾਈਸਟ। ਇੱਥੇ ਆਪਾਂ ਜੋਗਰਾ ਦੇ ਉੱਤਰ ਕੇ ਵੀ ਦੇਖਿਆ ਸੀ ਜ਼ਮੀਨ ਕਿੰਨੀ ਪੋਲੀ ਆ ਨਾ। ਹਾਂ ਜਦੋਂ ਅਸੀਂ ਪਿੱਛੇ ਜਿਹੇ ਉਤਰੇ ਸੀਗੇ ਤੇ ਉਹ ਜ਼ਮੀਨ ਵਾਕਈ ਤੁਹਾਡਾ ਮਤਲਬ ਪੈਰ ਖੁੱਬਦਾ ਜੀ ਵਿੱਚ ਥੋੜਾ ਜਿਹਾ ਮਹਿਸੂਸ ਹੁੰਦਾ ਕਿ ਕੋਈ ਡਿਫਰੈਂਟ ਹੀ ਮਿੱਟੀ ਤੇ ਆ। ਇੰਟਰਸਟਿੰਗ ਐਕਚੁਅਲੀ ਫੋਟੋਆਂ ਤੇ ਆਪਾਂ ਦੇਖਦੇ ਹੁੰਦੇ ਸੀ ਨਾ। ਹਾਂ ਬਹੁਤ ਸੋਹਣਾ ਦ੍ਰਿਸ਼ ਆ ਜਿਹੜਾ ਸਟੇਟ ਦਾ। ਵਿਓਮਿੰਗ ਸਟੇਟ ਜੋ ਕੋਈ ਹੋਰ ਚੀਜ਼ ਹੈਗੀ ਆ ਵਿਓਮਿੰਗ ਸਟੇਟ ਦੀ ਖਾਸ, ਉਹ ਵੀ ਤੁਸੀਂ ਜ਼ਰੂਰ ਨਾਲ ਟਿੱਪਣੀਆਂ ਕਰ ਸਕਦੇ ਹੋ ਜਿਹੜੇ ਵੀ ਇਸ ਵਕਤ ਸਾਡਾ ਵਲੌਗ ਦੇਖ ਰਹੇ ਹੋ। ਤੇ ਆਪਾਂ ਹੁਣ ਇੱਥੋਂ ਸਿੱਧਾ ਹੀ ਜਾਣਾ ਆ। ਦੇਖੋ ਇੱਥੋਂ ਗ੍ਰੀਨ ਰਿਵਰ ਨੂੰ ਹਾਈਵੇ ਜਾਂਦੇ ਨੇ ਤਿੰਨ, ਪਰ ਆਪਾਂ ਜਿਹੜਾ 80 ਨਹੀਂ ਛੱਡਣਾ। ਸੋ ਹੁਣ ਇਹ ਜਿਹੜੇ ਭਾਈ ਸਾਹਿਬ ਹੁਣੀ ਜਾ ਰਹੇ ਆ ਇਹਨਾਂ ਨੂੰ ਆਪਾਂ ਨਾਲ ਥੋੜਾ ਜਿਹਾ ਓਵਰਟੇਕ ਕਰਦੇ ਆ। ਆਹ ਦੇਖੋ ਜੀ ਟੋ ਕਰਕੇ ਲਈ ਜਾਂਦੇ ਨੇ। ਕਿਆ ਬਾਤ ਹੈ, ਖੂਬਸੂਰਤ ਦ੍ਰਿਸ਼। ਲਓ ਜੀ ਅਗਲੇ ਬੰਨੇ ਟਨਲ ਆ ਗਈ ਹੈ।
ਸਟੇਟ ਦੇ ਨਜ਼ਾਰੇ ਸੀ ਤੇ ਥੋੜੀ ਚਿਰ ਨੂੰ ਅਸੀਂ ਅਗਲੀ ਸਟੇਟ ਦੇ ਵਿੱਚ ਐਂਟਰ ਹੋ ਜਾਣਾ। ਉਹ ਸਟੇਟ ਦਾ ਨਾਮ ਤੁਹਾਨੂੰ ਅਸੀਂ ਐਂਟਰ ਹੋਣ ਤੋਂ ਬਾਅਦ ਦੱਸਾਂਗੇ। ਅਜੇ ਸਟਿਲ ਆਪਾਂ ਵਾਇਓਮਿੰਗ ਸਟੇਟ ਦੇ ਵਿੱਚ ਆ ਤੇ ਕਿੰਨਾ ਸੋਹਣਾ ਇੱਥੇ ਆਸਮਾਨ ਆ ਤੇ ਸੋਹਣੇ ਬੱਦਲ, ਸੋਹਣਾ ਦ੍ਰਿਸ਼, ਪਹਾੜ ਵੱਖਰੀ ਕਿਸਮ ਦੇ ਨੇ, ਅਲੱਗ ਹੀ ਕਿਸਮ ਦੇ ਪਹਾੜ ਆ ਸਾਰੇ। ਜੇ ਅਸੀਂ ਇੱਧਰ ਸੜਕ ਦੇ ਨਾਲ ਇੱਧਰ ਸੱਜੇ ਬੰਨੇ ਵੀ ਧਿਆਨ ਮਾਰੀਏ ਤੇ ਬਹੁਤ ਹੀ ਖੁੱਲਾ ਡੁੱਲਾ ਜਿਹਾ ਏਰੀਆ ਤੇ ਖੁੱਲੀਆਂ ਡੁੱਲੀਆਂ ਸੜਕਾਂ। ਸਟੇਟ ਦੇ ਹਾਈਵੇ 80 ਤੇ ਤਾਂ ਜੀ ਡਾਕਟਰ ਸਾਹਿਬ ਦਾ ਫੋਨ ਆਉਂਦਾ, ਬੜੇ ਵਧੀਆ ਆਨਸਰ ਕਰਦੇ। ਬਹੁਤ ਸੋਹਣਾ ਜੀ, ਬਹੁਤ ਹੀ ਜ਼ਿਆਦਾ ਸੋਹਣਾ ਵਿੰਡ ਮਿਲ। ਸਪੀਡ ਲਿਮਟ 75। ਓਕੇ, ਜਿਹੜੇ ਇੱਥੇ ਸਾਈਨ ਵੀ ਦੇਖੇ ਭਾਜੀ, ਉਹ ਮੇਰੇ ਖਿਆਲ ਸਪੀਡ ਵਧਾਉਂਦੇ ਘਟਾਉਂਦੇ ਰਹਿੰਦੇ। ਜੇ ਸਨੋ ਹੋਵੇ ਤਾਂ ਉੱਥੇ ਪਿੱਛੇ ਹੀ ਸੈਟਅਪ ਕਰ ਦਿੰਦੇ ਹੋਣੇ ਆ, ਉਹ ਥੋੜੀ ਘਟਾ ਦਿੰਦੇ ਹੋਣੇ। ਉਹ ਦੇਖੋ ਜੀ ਕਿੰਨਾ ਇਟਸ ਅਮੇਜ਼ਿੰਗ। ਜੂਬਾ ਸਿਟੀ ਤੋਂ ਅਬਾਊਟ 1100 ਮਾਈਲ ਦੇ ਜਿਹੜੇ 1077 ਮਾਈਲ ਦੂਰ ਆ ਗਏ ਆ। ਐਂਡ ਆਪਣੇ ਘਰ ਤੋਂ ਤਾਂ ਬਹੁਤ ਹੀ ਦੂਰ, ਵੈਨਕੂਵਰ ਤੋਂ ਦੇਖਦੇ ਆ। ਸੋਹਣੇ ਵੀ ਕਿੰਨੇ ਲੱਗਦੇ ਨਾ ਵਧੀਆ, ਜਿਹੜੇ ਵਿੰਡ ਮੇਲ ਚਲੋ ਬਿਜਲੀ ਦਾ ਬਣਾਉਂਦੇ ਆ, ਬਟ ਵੈਸੇ ਕਿੰਨੇ ਸੋਹਣੇ ਲੱਗਦੇ। ਕਿਵੇਂ ਜੋਗਰਾਜ ਸਿੰਘ, ਸਫ਼ਰ ਤਾਂ ਆਪਾਂ ਲੈ ਲਿਆ। ਕੱਲ ਇਸ ਵੇਲੇ ਤੁਰੇ ਸੀ ਆਪਾਂ ਯੂਬਾ ਸਿਟੀ ਤੋਂ, ਲੱਗਦਾ ਸੀ ਬਹੁਤ ਬਾਟ। ਆਪਾਂ ਤਾਂ ਮੇਰਾ ਖਿਆਲ ਆ 2200 ਕਿਲੋਮੀਟਰ ਕੱਢਤੀ ਗਿਆ ਜੀ। ਮੈਨੂੰ ਮਤਲਬ ਇੱਕ ਵਾਰੀ ਜਦੋਂ ਉੱਥੋਂ ਤੁਰਨਾ ਸੀ ਨਾ, ਮੈਂ ਸੱਚੀ ਗੱਲ ਦੱਸਾਂ ਭਾਜੀ, ਤੇ ਲੱਗਦਾ ਵੀ ਸਫ਼ਰ ਬਹੁਤ ਆ ਤੇ ਅੱਛਾ। ਤਿਆਰੀ ਨਹੀਂ ਹੈਗੀ। ਗੱਡੀ ਕੋਲ ਟੈਸਲਾ ਮਨ ਚ ਮਤਲਬ ਬੈਕ ਐਂਡ ਤੇ ਗੱਲਾਂ ਸੀਗੀਆਂ ਦਿਮਾਗ ਦੇ, ਗੱਡੀ ਕੀਤੀਆਂ ਨਹੀਂ, ਹੌਸਲਾ ਹੀ ਇੰਨਾ ਕੁ ਵਿਖਾਇਆ ਵੀ ਨਾ ਕੋਈ ਗੱਲ ਨਹੀਂ, ਪਰ ਬੈਕ ਐਂਡ ਤੇ ਚੀਜ਼ਾਂ ਸੀਗੀਆਂ ਨਾਲ ਵੀ ਯਾਰ ਮਤਲਬ ਚਾਰਜ ਕਰਦੇ ਜਾਵਾਂਗੇ, ਕੋਈ ਰਾਹ 'ਚ ਦਿੱਕਤ ਨਾ ਆ ਜੇ। ਸਫ਼ਰ ਬਹੁਤ ਆ, 4000 ਕਿਲੋਮੀਟਰ ਮੂੰਹ ਨਾਲ ਕਹਿਣਾ ਹੀ ਸੌਖਾ ਆ, ਪੂਰਾ ਕਿੱਦਾਂ ਕਰਨਾ। ਪਰ ਹੁਣ ਜੋ ਨੇੜੇ ਜਾਈ ਜਾਂਦੇ ਆ, ਹੁਣ ਥੋੜਾ ਜਿਹਾ ਹੌਸਲਾ ਵੀ ਹੋਈ ਜਾਂਦਾ। ਮੈਂ ਤੇ ਹੁਣ ਅੱਖ ਵੀ ਲਾ ਕੇ ਉੱਠਿਆ ਨਾ, ਤੇ ਜਦੋਂ ਸੁੱਤੇ ਉੱਠਦੇ ਆ ਤੁਸੀਂ ਖਾਸ ਕਰਕੇ ਐਵੇਂ 100 200 300 ਮੀਲ ਨਿਕਲਿਆ ਹੁੰਦਾ ਨਾ, ਫਿਰ ਤੇ ਹੋਰ ਹੌਸਲਾ ਹੁੰਦਾ। ਇੱਕ ਗੱਡੀ ਹੈ ਜਿਹੜੀ ਲੈ ਰਹੀ ਆ, ਆਪਾਂ ਉਸ ਆਰਾਮ ਨਾਲ ਬੈਠੇ ਆ, ਆਪੇ ਚੱਲ ਕੇ ਆਈ ਜਾ ਰਹੀ ਆ। ਨਹੀਂ ਇਹ ਭਾਗਾਂ ਵਾਲੀ ਹਾਂ, ਮੈਨੂੰ ਨਹੀਂ ਲੱਗਦਾ ਆਪਾਂ ਇਸ ਤੋਂ ਇਲਾਵਾ ਕਿਸੇ ਹੋਰ ਤੇ ਟਰੈਵਲ ਵੀ ਕਰ ਪਾਵਾਂਗੇ। ਹਾਂ, ਇਹ ਪੱਕੀ ਗੱਲ ਆ। ਹੁਣ ਜਿਸ ਤਰੀਕੇ ਦਾ ਕੰਫਰਟ ਇਹਨੇ ਦੇਤਾ ਨਾ, ਤੇ ਬਾਕੀ ਸ਼ਹਿਰ ਆ ਜੀ ਸਿਡਨੀ। ਸਿਡਨੀ ਸ਼ਹਿਰ ਆ, ਸਟੇਟ ਆ, ਨਾਂ ਥੋੜਾ ਜਿਹਾ ਔਖਾ, ਨਹੀਂ ਮੈਨੂੰ ਲੱਗਦਾ ਜੀ ਉਹੀ ਆ, ਵਾਇਓਮਿੰਗ। ਮੈਨੂੰ ਹੋਰ ਲੱਗਦਾ, ਮੈਨੂੰ ਲੱਗਦਾ ਨਹੀਂ ਨੇਬਰਾਸਕਾ ਆ ਗਿਆ। ਵਾਇਓਮਿੰਗ ਆਪਾਂ ਟਾਪਾ ਆ। ਅੱਛਾ ਜੀ, ਇਹ ਹੁਣ ਸਿਡਨੀ ਆ, ਤੇ ਸਿਡਨੀ ਜਿਹੜੀ ਆਸਟ੍ਰੇਲੀਆ ਵਾਲਾ, ਇਹ ਆਸਟ੍ਰੇਲੀਆ ਵਾਲਾ ਸਿਡਨੀ ਨਹੀਂ। ਅਸੀਂ ਵਾਸ਼ਿੰਗਟਨ ਦੇ ਵਿੱਚ ਇੱਕ ਵੈਨਕੂਵਰ ਦੇਖੋ ਟੱਪ ਕੇ ਆਏ ਆ, ਇੱਕ ਦਿੱਲੀ ਟੱਪਿਆ, ਇੱਕ ਹੁਣ ਇੱਧਰ ਬੰਨੇ ਸ਼ਹਿਰ ਸਿਡਨੀ ਵੀ ਹੈਗਾ, ਤੇ ਸਟੇਟ ਭਾਜੀ ਨੇਬਰਾਸਕਾ ਹੈ। ਨੇਬਰਾਸਕਾ ਆ ਗਏ ਆ। ਵਾਇਓਮਿੰਗ ਅਸੀਂ ਹੁਣੇ ਥੋੜਾ ਚਿਰ ਪਹਿਲਾਂ ਕ੍ਰਾਸ ਕੀਤੀ ਆ, ਤੇ ਨੇਬਰਾਸਕਾ ਸਟ੍ਰੇਟ ਆ। ਇਸ ਤੋਂ ਅੱਗੇ ਜਿਹੜੀ ਆ ਹੁਣ ਆਪਾਂ ਨੂੰ ਆ ਜਾਣੀ ਆ ਆਇਓਵਾ, ਤੇ ਆਇਓਵਾ ਤੋਂ ਬਾਅਦ ਸਾਡੀ ਫਿਰ ਆਈ ਨਹੀਂ। ਆਇਓਵਾ ਚ ਉਹ ਆਪਾਂ ਜਿਹੜਾ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਟਰੱਕ ਸਟਾਪ ਆ, ਉੱਥੇ ਅਸੀਂ ਜ਼ਰੂਰ ਰੁਕਾਂਗੇ। ਸਭ ਤੋਂ ਵੱਡਾ ਟਰੱਕ ਸਟਾਪ ਮਤਲਬ ਦੁਨੀਆ ਦਾ। ਕੱਲ ਹਾਂਜੀ ਕੱਲ ਨੂੰ ਹਾਂਜੀ। ਹੁਣ ਸਾਡਾ ਇਸ ਤੋਂ ਬਾਅਦ ਆਪਣੀ ਇੱਕ ਡਰਾਈਵ ਆ, ਇੱਕ ਡਰਾਈਵ ਤੋਂ ਬਾਅਦ ਸਾਡਾ ਰਾਤ ਦਾ ਪੜਾਅ, ਕਿਉਂਕਿ ਕੱਲ ਸਾਰੀ ਰਾਤ ਲਾਈ ਸੀ ਬਾਈ ਹੁਣਾਂ ਨੇ, ਤੇ ਹੁਣ ਉਸ ਤੋਂ ਬਾਅਦ ਅੱਜ ਸਵੇਰੇ ਇੱਕ ਵਾਰ ਫੇਕਿਓ ਜਰਾ। ਸਾਰੀ ਰਾਤ ਲਾਈ ਸੀ ਬਾਈ ਹੁਣਾਂ ਨੇ ਇਦਾਂ ਕਰ। ਭਾਜੀ ਨੇ ਕੱਲ ਰਾਤ ਗੱਡੀ ਚਲਾਈ ਤੇ ਅੱਜ ਪਰ ਸਵਾਦ ਆ ਗਿਆ। ਹਾਂ, ਜਿਹੜਾ ਹੈ ਨਾ ਸਫ਼ਰ ਤੁਸੀਂ ਦੇਖੋ, ਨਹੀਂ ਆਪਾਂ ਤਾਂ ਕਰੇ ਹੀ ਲੈਣਾ ਸੀ। ਇਹਨੂੰ ਦੀਪ ਭਾਈ ਦੀ ਚਿੰਤਾ ਸੀਗੀ, ਕਿਉਂਕਿ ਇਹ ਤਾਂ ਵਿਚਾਰੇ 2-3 ਘੰਟੇ 'ਚ ਹੀ ਹੋ ਜਾਂਦੇ ਸੀ। ਅੱਜ ਕਿਵੇਂ ਲੱਗ ਰਿਹਾ ਭਾਜੀ? ਵਧੀਆ ਨਾ, ਮਤਲਬ ਵਾਂਸ ਇਨ ਲਾਈਫ ਟਾਈਮ ਜਿੱਦਾਂ ਤੇ ਉਹੀ ਹੈ ਭਾਜੀ, ਮੈਮਰੀਜ਼ ਬਣਦੀਆਂ। ਔਰ ਜਿਹੜੀਆਂ ਬਿਨਾਂ ਪਲੈਨਿੰਗ ਦੇ ਕੰਮ ਹੁੰਦੇ ਉਹਦੇ 'ਚ ਆਪਣਾ ਮਜ਼ਾ ਹੈ। ਜਿੰਨੀ ਤਾਂ ਤਿਆਰੀਆਂ ਕਰਦਾ ਰਹਿ ਜੇ ਬੰਦਾ, ਪਲੈਨਿੰਗ ਕਰਦਾ ਰਹਿੰਦਾ,
ਚਲੋ ਤੇ ਚਲੋ। ਹਾਂਜੀ ਆਈ ਥਿੰਕ ਇੱਕ ਬਹੁਤ ਵਧੀਆ ਕੰਮ ਜਿਹੜਾ ਹੋਣ ਜਾ ਰਿਹਾ ਉਹ ਅਸੀਂ ਦੱਸਾਂਗੇ ਸਾਰਿਆਂ ਨੂੰ। ਸਰਪ੍ਰਾਈਜ਼ ਹੈ ਇੱਥੇ, ਇੱਕ ਬਹੁਤ ਵੱਡਾ ਇਵੈਂਟ ਹੈ ਜਿੱਥੇ ਅਸੀਂ ਸਰਪ੍ਰਾਈਜ਼ ਦੇਵਾਂਗੇ ਸਾਰਿਆਂ ਨੂੰ ਪਹੁੰਚ ਕੇ। ਸੋ ਉਹ ਅਸੀਂ ਹਜੇ ਸ਼ੇਅਰ ਨਹੀਂ ਕਰਾਂਗੇ, ਬਟ ਬਹੁਤ ਵਧੀਆ ਕੰਮ ਹੋ ਗਿਆ ਹੈ। ਕਹਿੰਦੇ ਨੇ ਕਈ ਵਾਰ ਰੱਬੀ ਕੰਮ ਵਧੀਆ ਹੋ ਜਾਂਦੇ ਆ। ਸੋ ਇਹ ਸਾਨੂੰ ਵੀ ਆ ਜਾਂਦੇ ਆਂਦੇ ਹੀ ਰਸਤੇ 'ਚ ਪਤਾ ਲੱਗਿਆ ਕਿ ਕੁਝ ਅੱਛਾ ਇਵੈਂਟ ਹੈਗਾ ਤੇ ਉਸ 'ਚ ਸਾਨੂੰ ਹੁਣ ਮੌਕਾ ਮਿਲੇਗਾ ਜਾਣ ਦਾ। ਸੋ ਉਹ ਸੰਗਤਾਂ ਨੂੰ ਉੱਥੇ ਨਿਹਾਲ ਕਰਾਂਗੇ। ਇੱਕ ਨਾ ਹੋਰ ਜਿਹੜੀ ਵਧੀਆ ਜਿਹੜੇ ਹੁਣ ਆਪਣੇ ਨੂੰ ਦੇਖ ਰਹੇ ਨੇ, ਇੱਧਰ ਜਿਹੜੀ ਲਿਮਟ ਦੇ ਵਿੱਚ ਜਿਹੜੀ ਸਪੀਡ ਲਿਮਟ ਆ 80 ਮੀਲ ਦੀ ਆ। 80 ਮੀਲ ਮਤਲਬ 130 ਕਿਲੋਮੀਟਰ ਬਣ ਜਾਂਦਾ ਹੈ ਜੇ ਮਾੜਾ ਮੋਟਾ ਬੰਦਾ ਹਨਾ ਜੀ। ਮੇਰੇ ਖਿਆਲ ਹੁਣ ਆਪਾਂ ਲੰਘ ਗਏ ਉਹ ਏਰੀਆ ਮੈਨੂੰ ਲੱਗਦਾ। ਸੋ ਤੁਸੀਂ ਇਹ ਦੇਖ ਲਓ ਵੀ ਆਲਮੋਸਟ 130-40 ਕਿਲੋਮੀਟਰ ਤੇ ਕਰੂਜ਼ ਲਗਾਇਆ ਹੋਵੇ ਤਾਂ ਸਫ਼ਰ ਤਾਂ ਮਤਲਬ ਕਿਆ ਹੀ ਬਾਤਾਂ ਹੈ, ਠੀਕ ਹੈ ਨਾ। ਸੋ ਇਹ ਵੀ ਵਧੀਆ ਰਹੀ ਵੀ ਆਪਣੇ ਕੋਲ ਟੈਸਲਾ ਸੀਗੀ। ਜੇ ਉਹੋ ਜਿਹਾ ਕੋਈ ਪਿਕਅਪ ਜਾਂ ਦੂਸਰਾ ਲੈ ਕੇ ਆਉਂਦੇ 140 ਕਿਲੋਮੀਟਰ ਤੇ ਫਿਰ ਉਨੀ ਕੰਫਰਟ ਨਹੀਂ ਮਿਲਦਾ। ਇੱਕ ਟੈਸਲਾ ਦਾ ਹੋਰ ਬਹੁਤ ਵਧੀਆ ਫਾਇਦਾ ਹੈ ਕਿ ਟੈਸਲਾ ਜਦੋਂ ਤੁਸੀਂ ਪਾਰਕ ਕਰਕੇ ਚਾਰਜ ਕਰਦੇ ਹੋ ਤੁਹਾਡੀ ਸੈਰ ਵੀ ਹੋ ਜਾਂਦੀ ਹੈ। ਹਾਂ ਹੁਣ ਆਪਾਂ ਖਾਣ ਲਈ ਤਾਂ ਰੁਕਣਾ ਹੀ ਸੀਗਾ ਆਪਾਂ। ਹਾਂ ਤੇ ਤੁਹਾਡੀ ਨਾਲੇ ਸੈਰ walk ਵੀ ਹੋ ਗਈ। ਚੰਗੀ ਹੋ ਜਾਂਦੀ ਹੈ, ਤੁਸੀਂ ਤੁਰਦੇ ਫਿਰਦੇ ਨਾਲੇ ਵਾਕ ਕਰ ਲੈਂਦੇ ਹੋ। ਨਾ ਅਸੀਂ ਪਤਾ ਕੀ ਕਰਨਾ ਸੀ, ਅਸੀਂ ਪਹਿਲਾਂ ਜਾਣਾ ਸੀ ਪਰਲੇ ਬੰਨੇ, ਉੱਥੋਂ ਪਾਉਣਾ ਸੀ ਤੇਲ ਪਾਉਂਦੇ ਸਾਰਿਆਂ ਨੇ ਵਾਸ਼ਰੂਮ ਜਾਣਾ ਸੀ, ਠੀਕ ਹੈ 10-15 ਮਿੰਟ ਲਾਉਣੇ ਸੀ। 15-20 ਮਿੰਟ ਲਾ ਕੇ ਅਸੀਂ ਫਿਰ ਖਾਣ ਵਾਸਤੇ ਇੱਧਰ ਆਉਣਾ ਸੀ ਤੇ 15-20 ਮਿੰਟਾਂ ਦਾ ਦੂਸਰਾ ਸਟਾਪ ਲਾਉਣਾ ਸੀ। ਸੋ ਹੁਣ ਆਪਣਾ ਗੱਡੀ ਲਾਓ, ਉਹਨੇ ਚਿਰ ਤੱਕ ਤੁਹਾਡੀ ਗੱਡੀ ਚਾਰਜ ਹੋ ਜਾਣੀ ਆ ਤੇ ਨਾਲ ਦੀ ਨਾਲ ਇਹ। ਸੋ ਸਿਡਨੀ ਸ਼ਹਿਰ ਬਹੁਤ ਸੋਹਣਾ। ਇਸ ਤੋਂ ਬਾਅਦ ਸਾਡਾ ਤਕਰੀਬਨ ਅੱਜ ਦਾ ਸਫ਼ਰ ਜਿਹੜਾ ਆ ਉਹ 120 ਕੁ ਮੀਲ ਆ ਤੇ 120 ਕੁ ਮੀਲ ਤੋਂ ਬਾਅਦ ਸਾਨੂੰ ਨਾਰਥ ਪਲੇਟ ਸ਼ਹਿਰ ਆ ਜਾਣਾ ਜਿੱਥੇ ਅਸੀਂ ਅੱਜ ਦੇ ਪੜਾਅ ਲਾਉਣੇ ਆ। ਸੋ ਅੱਜ ਅਸੀਂ ਉੱਥੇ ਆਪਣਾ ਹੋਟਲ ਵਗੈਰਾ ਬੁੱਕ ਕਰਾਤਾ ਆਲਰੇਡੀ ਤੇ ਅੱਜ ਰਾਤ ਅਸੀਂ ਉੱਥੇ ਰੁਕਾਂਗੇ ਤੇ ਕੱਲ ਸਾਨੂੰ ਅਸੀਂ ਜਿੱਥੇ ਪਹੁੰਚਣਾ ਆ ਇਲੀਨੋਇਸ ਦੇ ਵਿੱਚ ਇੰਡੀਅਨਪੋਲਿਸ ਤੇ ਅਗਲੇ ਬੰਨੇ ਸਿਨਸਿਨਾਟੀ ਸ਼ਹਿਰ ਆ ਸਾਡਾ। ਇੱਕ ਉਹ ਪਲਾਨ, ਇੱਕ ਸਾਡਾ ਪਲਾਨ ਅਸੀਂ ਸ਼ਿਕਾਗੋ ਜਾ ਸਿਨਸਿਨਾਟੀ। ਆਪਣੇ ਕੋਲ ਪਲਾਨਸ ਆ, ਹਾਂ ਦੋ ਆਪਸ਼ਨ ਹੈ। ਮੈਨੂੰ ਲੱਗਦਾ ਜਾਂ ਸ਼ਿਕਾਗੋ ਦੇ ਵਿੱਚ ਇਹ ਆਪਾਂ ਸਵੇਰੇ ਉੱਠ ਕੇ ਸਾਨੂੰ ਮੋਸਟ ਲਾਈਕਲੀ ਹੋ ਜਾਏਗਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈ 14 ਘੰਟੇ ਦੀ ਕੱਲ ਡਰਾਈਵ ਹੈਗੀ ਹੈ ਜੇ। ਤੇ ਜੇ ਅਸੀਂ ਜਾਂਦੇ ਹਾਂ ਸਿਨਸਿਨਾਟੀ ਫਿਰ 14 ਘੰਟੇ, ਜੇ ਅਸੀਂ ਸ਼ਿਕਾਗੋ ਜਾਂਦੇ ਫਿਰ 2 ਘੰਟੇ ਘੱਟ ਹੈ ਡਰਾਈਵ। ਸੋ ਇਹ ਸਾਡਾ ਜੇ ਪਲਾਨ ਵਿੱਚ ਵਿਚਾਲੇ ਆ ਤੇ ਇਹਨਾਂ ਦੋਵਾਂ ਚੋਂ ਇੱਕ ਥਾਂ ਤੇ ਆਪਾਂ ਹੁਣ ਕਿੱਧਰ ਜਾਣਾ ਚਾਹੁੰਦੇ, ਮੈਕਡੋਨਲਡਸ ਜਾਂ ਸਾਬੇ? ਮੈਕਡੋਨਲਡ, ਸਬਵੇ ਤੇ ਡੇਅਰੀ ਆਰਵੀ ਵੀ ਹੈਗਾ। ਅਰਬੀ ਚਲੀਏ ਮੈਂ ਕਹਿੰਦਾ ਭਾਜੀ, ਅਰਬੀ ਚੱਲਦੇ ਆ ਆਪਾਂ। ਬਹੁਤ ਦੇਖੋ ਸ਼ਹਿਰ ਖੁੱਲੇ ਕਿੰਨੇ ਆ, ਬਹੁਤ ਜ਼ਿਆਦਾ ਖੁੱਲੇ ਆ ਪਰ ਨਾ ਆਪਣਾ